ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅਗੰਮੀ ਇਲਾਹੀ ਦਰਗਾਹੀ ਬਾਣੀ ਸ਼੍ਰੀ ਜਪਜੀ ਸਾਹਿਬ ਜੀ ਦੀ ਅਸੀਂ ਹੁਣੇ ਇਲਾਹੀ ਸੱਦ ਸਰਵਣ ਕੀਤੀ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਇੱਕ ਓੰਕਾਰ ਉਹ ਪਰਮੇਸ਼ਵਰ ਇੱਕ ਹੈ, ਅਦੁੱਤੀ ਹੈ। ਪਰਮੇਸ਼ਵਰ ਵਰਗਾ ਕੋਈ ਵੀ ਨਹੀਂ ਤੇ ਸਾਰੇ ਜੀਵਾਂ ਦੀ ਰੋਜੀ ਦੀ ਤਾਰ ਉਸ ਪਰਮੇਸ਼ਵਰ ਦੇ ਹੱਥ ਵਿੱਚ ਹੈ। ਇੱਕ ਓੰਕਾਰ, ਇੱਕ ਹੋਣ ਦੇ ਬਾਵਜੂਦ ਉਹ ਅਨੇਕਤਾ ਦੇ ਵਿੱਚ ਪਸਰਿਆ ਹੋਇਆ ਹੈ। ਸੱਚੇ ਪਾਤਸ਼ਾਹ ਜੀ ਨੇ ਅੱਗੇ ਬਖਸ਼ਿਸ਼ ਕੀਤੀ ਕਿ ਸਾਡੀ ਮੰਜ਼ਿਲ ਇੱਕ ਪਰਮੇਸ਼ਵਰ ਤੱਕ ਪਹੁੰਚਣਾ ਹੈ ਤੇ ਅੱਗੇ ਪਰਮੇਸ਼ਵਰ ਦੇ ਰੱਬੀ ਗੁਣ ਬਿਆਨ ਕੀਤੇ। ਸਤਿਨਾਮ, ਉਸ ਪਰਮੇਸ਼ਵਰ ਦਾ ਨਾਮ ਸੱਚਾ ਹੈ ਤੇ ਮਨੁੱਖ ਆਪਣੇ ਨਾਮ ਨੂੰ ਸੱਚਾ ਜਾਣਦਾ ਹੈ। ਤੇ ਜਿਸ ਵੇਲੇ ਮਨੁੱਖ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਅਰਥੀ ਉੱਤੇ ਪਾ ਕੇ ਸ਼ਬਦ ਵਰਤਿਆ ਜਾਂਦਾ ਹੈ, ਰਾਮ ਨਾਮ ਸਤ ਹੈ। ਭਾਵ ਪਰਮੇਸ਼ਵਰ ਦਾ ਨਾਮ ਹੀ ਸੱਚ ਹੈ, ਇਹ ਬੰਦਿਆ ਤੇਰਾ ਨਾਮ ਝੂਠ ਹੈ। ਅੱਗੇ ਕਿਰਪਾ ਕੀਤੀ ਕਰਤਾ ਪੁਰਖ, ਉਹ ਪਰਮੇਸ਼ਵਰ ਜੋ ਵੀ ਵਸਤੂ ਬਣਾਉਂਦਾ ਹੈ, ਜੋ ਵੀ ਕ੍ਰੀਏਟ ਕਰਦਾ ਹੈ, ਉਹਦੇ ਵਿੱਚ ਸਮਾ ਜਾਂਦਾ ਹੈ। ਉਹ ਕਰਤਾ ਵੀ ਹੈ, ਪੁਰਖ ਵੀ ਹੈ। ਪੁਰੀ ਬਸੰਤਾ ਐਸਾ ਪੁਰਖਾ। ਜਿਸ ਤਰ੍ਹਾਂ ਕਿਸੇ ਨੇ ਸੋਨਾ ਬਣਾਇਆ ਕਿਸੇ ਨੇ, ਤਰਾਸ਼ਿਆ ਕਿਸੇ ਨੇ, ਵੇਚਿਆ ਕਿਸੇ ਨੇ, ਲਿਆ ਕਿਸੇ ਨੇ, ਪਾਇਆ ਕਿਸੇ ਨੇ। ਜੋ ਸੁਨਿਆਰ ਹੈ ਉਹ ਕਰਤਾ ਹੋ ਸਕਦਾ ਹੈ ਪਰ ਪੁਰਖ ਨਹੀਂ ਹੋ ਸਕਦਾ, ਉਹ ਸੋਨੇ ਵਿੱਚ ਸਮਾ ਨਹੀਂ ਸਕਦਾ। ਪਰਮੇਸ਼ਵਰ ਨੇ ਜੋ ਵੀ ਸ੍ਰਿਸ਼ਟੀ ਵਿੱਚ ਪੈਦਾ ਕੀਤਾ, ਪਰਮੇਸ਼ਵਰ ਉਹਦੇ ਵਿੱਚ ਸਮਾ ਗਿਆ। ਇਸ ਕਰਕੇ ਉਹ ਕਰਤਾ ਪੁਰਖ ਹੈ। ਅੱਗੇ ਸ਼ਬਦ ਵਰਤਿਆ ਨਿਰਭਉ। ਪਰਮੇਸ਼ਵਰ ਕਿਸੇ ਦਾ ਵੀ ਭਉ ਨਹੀਂ ਰੱਖਦਾ, ਉਹ ਨਿਡਰ ਹੈ। ਡਰ ਹਮੇਸ਼ਾ ਉੱਚੇ ਦਾ ਹੁੰਦਾ ਹੈ ਤੇ ਪਰਮੇਸ਼ਵਰ ਤੋਂ ਉੱਚਾ ਕੋਈ ਹੈ ਹੀ ਨਹੀਂ। ਨਿਰਵੈਰ, ਪਰਮੇਸ਼ਵਰ ਦਾ ਕਿਸੇ ਨਾਲ ਵੈਰ ਵੀ ਕੋਈ ਨਹੀਂ। ਵੈਰ ਹੋਵੇਗਾ ਤਾਂ ਜੇ ਕੋਈ ਬਰਾਬਰ ਦਾ ਹੋਵੇਗਾ, ਜਾਂ ਫਿਰ ਕਿਸੇ ਵਿੱਚ ਤਾਕਤ ਹੋਵੇ ਕਿ ਪਰਮੇਸ਼ਵਰ ਉੱਤੇ ਚੜ੍ਹਾਈ ਕਰਕੇ ਆ ਸਕੇ। ਇਸ ਕਰਕੇ ਪਰਮੇਸ਼ਵਰ ਉੱਤੇ ਨਾ ਕੋਈ ਚੜ੍ਹਾਈ ਕਰ ਸਕਦਾ ਹੈ ਤੇ ਨਾ ਹੀ ਪਰਮੇਸ਼ਵਰ ਦੇ ਬਰਾਬਰ ਦਾ ਹੈ। ਇਸ ਕਰਕੇ ਉਹ ਨਿਰਵੈਰ ਹੈ। ਅੱਗੇ ਬਖਸ਼ਿਸ਼ ਕੀਤੀ ਅਕਾਲ ਮੂਰਤ। ਪਰਮੇਸ਼ਵਰ ਦਾ ਅਸਲ ਸਵਰੂਪ ਉਸ ਸਮੇਂ ਤੋਂ ਪਰੇ ਹੈ। ਸਮੇਂ ਤੋਂ ਪਰੇ ਦਾ ਅਰਥ ਇਹ ਹੈ, ਜਿਸ ਵੇਲੇ ਅਸੀਂ ਸਿਮਰਨ ਵਿੱਚ ਜੁੜਾਂਗੇ ਤੇ ਪਰਮੇਸ਼ਵਰ ਦਾ ਪ੍ਰਕਾਸ਼ ਜਿਸ ਵੇਲੇ ਸਾਨੂੰ ਦਿਸਦਾ ਹੈ, ਉਹ ਪ੍ਰਕਾਸ਼ ਸਾਨੂੰ ਸਮੇਂ ਦੀ ਕੈਦ ਵਿੱਚੋਂ ਕੱਢ ਲੈਂਦਾ ਹੈ। ਉਹ ਸਮੇਂ ਤੋਂ ਪਾਸੇ ਹੈ, ਸਮੇਂ ਤੋਂ ਪਰੇ ਹੈ, ਅਜੂਨੀ। ਪਰਮੇਸ਼ਵਰ ਜੂਨਾ ਵਿੱਚ ਨਹੀਂ ਹੁੰਦਾ। ਸਹਿਭੰ, ਪਰਮੇਸ਼ਵਰ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ। ਪਰਮੇਸ਼ਵਰ ਦੇ ਮਾਤਾ ਪਿਤਾ ਜੀ ਨਹੀਂ ਹਨ, ਨਾ ਚਾਚਾ ਤਾਇਆ ਭੂਆ ਫੁੱਫੜ, ਕੋਈ ਵੀ ਰਿਸ਼ਤੇਦਾਰ ਨਹੀਂ ਹੈ। ਅੱਗੇ ਬਖਸ਼ਿਸ਼ ਕੀਤੀ ਗੁਰ ਪ੍ਰਸਾਦ। ਐਸੇ ਪਰਮੇਸ਼ਵਰ ਦੀ ਪ੍ਰਾਪਤੀ ਹੋਵੇਗੀ ਤਾਂ ਜੇ ਤੇਰੇ ਸਿਰ ਉੱਤੇ ਪੂਰਨ ਗੁਰੂ ਦਾ ਹੱਥ ਹੋਏਗਾ। ਪੂਰੇ ਗੁਰੂ ਦੀ ਕਿਰਪਾ ਸਦਕਾ ਤੈਨੂੰ ਇੱਕ ਪਰਮੇਸ਼ਵਰ ਦੀ ਪ੍ਰਾਪਤੀ ਹੋਏਗੀ। ਹੁਣ ਇਹ ਸਾਰੇ ਜੋ ਅਸੀਂ ਸ਼ਬਦ ਹੁਣੇ ਸਰਵਣ ਕੀਤੇ, ਇਹ ਮਨੁੱਖ ਦੇ ਆਤਮਿਕ ਜੀਵਨ ਵਿੱਚੋਂ ਪ੍ਰਗਟ ਹੋਣ ਵਾਲੀਆਂ ਅਵਸਥਾਵਾਂ ਹਨ। ਇਹ ਸਾਡਾ ਅਸਲ ਸਵਰੂਪ ਹੈ। ਪਰਮੇਸ਼ਵਰ ਦੇ ਰੱਬੀ ਗੁਣ ਤੇ ਪਰਤ ਕੇ ਇੱਕ ਐਸਾ ਸਮਾਂ ਆਉਂਦਾ ਹੈ ਜਿਸ ਵੇਲੇ ਪਤਾ ਲੱਗਦਾ ਹੈ ਅਸਲ ਵਿੱਚ ਜੋ ਸਾਡੀ ਹੋਂਦ ਹੈ, ਜਿਸ ਨੂੰ ਆਤਮਾ ਕਹਿੰਦੇ ਨੇ, ਉਹ ਪਰਮ ਆਤਮਾ ਦਾ ਅੰਸ਼ ਹੈ। ਪਰਮ ਆਤਮਾ ਦੀ ਇੰਝ ਕਹਿ ਲਓ ਜਿਵੇਂ ਇੱਕ ਸਾਗਰ ਦੀ ਇੱਕ ਬੂੰਦ ਹੈ, ਇਸੇ ਤਰ੍ਹਾਂ ਸਾਡੀ ਹੈ ਆਤਮਾ ਤੇ ਉਹ ਹੈ ਪਰਮ ਆਤਮਾ, ਭਾਵ ਕਿ ਪਰਮਾਤਮਾ। ਕਹੋ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਤ ਪਰ ਮਿਟੈ ਨਾ ਮੰਸ। ਤੇ ਜਿਉਂ ਅਸੀਂ ਸਿਮਰਨ ਵਿੱਚ ਲੀਨ ਹੁੰਦੇ ਹਾਂ, ਤਿਉਂ ਸਾਡੇ ਅੰਦਰ ਇਹ ਰੱਬੀ ਗੁਣ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ। ਇਹ ਜੀਵਨ ਵਾਲਿਆਂ ਨੂੰ ਸਮਝ ਲੱਗੇਗੀ। ਬੁੱਧੀ ਦੇ ਤਲ ਤੇ
ਜੋ ਇਸ ਭਾਵਨਾ ਵਾਲੇ ਸ਼ਬਦਾਂ ਨੂੰ ਸੁਣਨਗੇ ਉਹਨਾਂ ਨੂੰ ਲੱਗੇਗਾ ਕਿ ਇਹ ਕਿਹੋ ਜਿਹੀਆਂ ਗੱਲਾਂ ਨੇ। ਸਮਾਂ ਆਉਂਦਾ ਹੈ, ਇੰਝ ਲੱਗਦਾ ਹੈ ਕਿ ਜਿਸ ਨੂੰ ਮੈਂ ਬਾਹਰੋਂ ਆਵਾਜ਼ਾਂ ਮਾਰਦਾ ਸੀ ਉਹ ਤੇ ਅੰਦਰ ਹੀ ਬੈਠਾ। ਉਹ ਕੌਣ? ਉਹ ਤੇ ਮੈਂ ਖੁਦ ਹੀ ਹਾਂ, ਕਿਉਂਕਿ ਅੰਸ਼ ਜੋ ਸਾਡੇ ਅੰਦਰ ਵਰਤ ਰਹੀ ਹੈ ਪਰਮੇਸ਼ਵਰ ਦੀ, ਤੇ ਜਿੰਨੀ ਤਾਕਤ ਪਰਮੇਸ਼ਵਰ ਵਿੱਚ ਉਨੀ ਸ਼ਕਤੀ ਹੀ ਅੰਸ਼ ਵਿੱਚੋਂ ਪ੍ਰਗਟ ਹੋ ਜਾਂਦੀ ਹੈ। ਪਰਮੇਸ਼ਵਰ ਪ੍ਰਗਟ ਹੋ ਜਾਂਦਾ ਹੈ। ਫਿਰ ਪਤਾ ਲੱਗਦਾ ਹੈ ਕਿ ਜੋ ਇਹ ਪ੍ਰਕਾਸ਼ ਹੈ ਇਹ ਹੀ ਸਤਿਨਾਮ ਹੈ। ਫਿਰ ਕਰਤਾ ਪੁਰਖ, ਫਿਰ ਆਪਣਾ ਆਪ ਸਾਨੂੰ ਸਾਰਿਆਂ ਵਿੱਚ ਸਮਾਇਆ ਹੋਇਆ ਦਿਸਦਾ ਹੈ। ਫਿਰ ਕਿਸੇ ਜੀਵ ਨੂੰ ਦੁੱਖ ਪਹੁੰਚੇ, ਇੰਝ ਲੱਗਦਾ ਹੈ ਕਿ ਇਹ ਮੈਨੂੰ ਦੁੱਖ ਪਹੁੰਚਿਆ। ਮਨੁੱਖ ਸਰਵਵਿਆਪਕ ਹੋ ਜਾਂਦਾ ਹੈ। ਤੇ ਜਿਸ ਵੇਲੇ ਸਾਨੂੰ ਦੂਜੇ ਦੇ ਵਿੱਚ ਆਪਣਾ ਆਪ ਸਮਾਇਆ ਹੋਇਆ ਦਿਸੇਗਾ, ਦੱਸੋ ਫਿਰ ਅਸੀਂ ਕਿਸੇ ਨੂੰ ਕਿਵੇਂ ਗੁੱਸੇ ਨਾਲ ਬੋਲ ਦਾਂਗੇ? ਜਦੋਂ ਅਸੀਂ ਆਪਣੇ ਆਪ ਨੂੰ ਦੂਜੇ ਦੇ ਵਿੱਚ ਦੇਖਾਂਗੇ ਤੇ ਅਸੀਂ ਕਿਸੇ ਉੱਤੇ ਮੈਲੀ ਨਿਗਾਹ ਕਿਵੇਂ ਕਰ ਸਕਦੇ ਹਾਂ? ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਦੇਖ, ਕੋਈ ਵੀ ਭਿੰਨ ਨਹੀਂ, ਸਾਰੇ ਹੀ ਇੱਕ ਨੇ, ਸਾਰੇ ਹੀ ਇੱਕ ਨੇ। ਫਿਰ ਨਿਰਭਉ ਵਾਲੀ ਅਵਸਥਾ ਆ ਜਾਂਦੀ ਹੈ। ਕਹੋ ਕਬੀਰ ਰਾਮ ਗੁਣ ਗਾਵੋ, ਆਪ ਨਾ ਡਰੋ ਨਾ ਅਵਢ ਰਾਮ। ਫਿਰ ਨਿਰਭਉ ਅਵਸਥਾ ਆ ਜਾਂਦੀ ਅੰਦਰ, ਬੰਦ ਕੱਟਿਆ ਜਾਂਦਾ, ਨਿਰਭਉ ਅਵਸਥਾ। ਫਿਰ ਨਿਰਵੈਰ, ਵੈਰ ਕਿਸੇ ਨਾਲ। ਤਤੀ ਤਵੀ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਿਰਾਜਮਾਨ ਨੇ, ਵੈਰ ਕੋਈ ਨਹੀਂ, ਕੋਈ ਜਹਾਂਗੀਰ ਨੂੰ ਸ਼ਰਾਬ ਨਹੀਂ ਦਿੱਤਾ। ਤੇ ਫਿਰ ਪਤਾ ਲੱਗਦਾ ਹੈ ਕਿ ਸਾਡੀ ਜੋ ਅਸਲ ਵਿੱਚ ਹੋਂਦ, ਅਸਲ ਵਿੱਚ ਮੂਰਤ ਹੈ, ਉਹ ਸਮੇਂ ਤੋਂ ਪਰੇ ਹੈ। ਬਾਣੀ ਜਪ ਕੇ ਸਿਮਰਨ ਕਰਕੇ ਪਤਾ ਲੱਗਦਾ ਹੈ, ਉਵੇਂ ਨਹੀਂ ਪਤਾ ਲੱਗਦਾ। ਇਹ ਸੁਣਨ ਸਮਝਣ ਵਾਲੀਆਂ ਬਾਤਾਂ ਨਹੀਂ, ਇਹ ਤਾਂ ਮੰਨਣ ਵਾਲੀਆਂ ਬਾਤਾਂ ਨੇ। ਅਕਾਲ ਮੂਰਤ, ਫਿਰ ਪਤਾ ਲੱਗਦਾ ਅਜੂਨੀ। ਅਸੀਂ ਕਦੀ ਜੂਨਾਂ ਵਿੱਚ ਆਏ ਹੀ ਨਹੀਂ। ਜੋ ਜੂਨਾਂ ਵਿੱਚ ਆਉਂਦੇ ਨੇ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਕਰਮਾਂ ਦੇ ਅਧੀਨ ਬੱਝੇ ਹੋਏ, ਵਿਸ਼ੇ ਵਿਕਾਰਾਂ ਦੇ ਨਾਲ ਲਿਪਟੇ ਹੋਏ ਅਸੀਂ ਨਵੇਂ ਸਰੀਰ ਧਾਰਨ ਕੀਤੇ, ਪਰ ਸਾਡਾ ਅਸਲੀ ਸਵਰੂਪ ਕੀ ਹੈ? ਆਤਮਾ। ਸਾਡਾ ਅਸਲ ਸਵਰੂਪ ਕੁਝ ਹੋਰ ਹੈ। ਤੇ ਗੁਰੂ ਸਾਨੂੰ ਉਸ ਸਵਰੂਪ ਦਾ ਹੀ ਗਿਆਨ ਕਰਵਾਉਂਦਾ ਹੈ ਕਿ ਦੇਖ, ਤੂੰ ਤਾਂ ਕੁਝ ਹੋਰ ਹੈ, ਬਣਿਆ ਕੁਝ ਹੋਰ ਫਿਰਦਾ। ਵਿਸ਼ੇ ਵਿਕਾਰ ਤੇਰੇ ਜੀਵਨ ਦਾ ਹਿੱਸਾ ਨਹੀਂ। ਇਹ ਵਿਸ਼ੇ ਵਿਕਾਰ ਤੇ ਇਸ ਸੰਸਾਰ ਦੀ ਮਾਇਆ ਦੇ ਵਿੱਚੋਂ ਪੈਦਾ ਹੋਏ ਨੇ, ਪਰ ਤੂੰ ਤੇ ਪਰਮੇਸ਼ਵਰ ਵਿੱਚੋਂ ਪੈਦਾ ਹੋਇਆ, ਪੈਦਾ ਪਰਮੇਸ਼ਵਰ ਵਿੱਚੋਂ ਹੋਇਆ। ਤੇ ਹੁਣ ਤੂੰ ਵਿਸ਼ੇ ਵਿਕਾਰਾਂ ਦੇ ਵਿੱਚ ਵੜ ਕੇ ਸੋਚਦਾ ਇੱਥੋਂ ਸੁੱਖ ਮਿਲੇਗਾ। ਕਹਿਣ ਲੱਗੇ ਸੁੱਖ ਨਹੀਂ ਮਿਲਣਾ। ਕਿਉਂ? ਕਿਉਂਕਿ ਸੁੱਖ ਹੈ ਹੀ ਨਹੀਂ। ਵਿਸ਼ੇ ਵਿਕਾਰਾਂ ਦੇ ਵਿੱਚ ਤਾਂ ਸੁੱਖ ਮਿਲੇ ਜੇ ਤੂੰ ਵਿਸ਼ੇ ਵਿਕਾਰਾਂ ਵਿੱਚੋਂ ਪੈਦਾ ਹੋਵੇਂ। ਵਿਸ਼ੇ ਵਿਕਾਰਾਂ ਵਿੱਚੋਂ ਤੇ ਪੈਦਾ ਆਪਾਂ ਹੋਏ ਹੀ ਨਹੀਂ। ਮਹਾਰਾਜ ਜੀ ਕਹਿੰਦੇ ਨੇ ਇੱਕ ਬਾਤ ਬੜੀ ਕਮਾਲ ਦੀ ਹੈ, ਤੂੰ ਜੂਨਾਂ ਵਿੱਚ ਬੜਾ ਭਟਕਿਆ, ਪਰ ਅਸਲ ਵਿੱਚ ਤੂੰ ਅਜੂਨੀ ਹੈ, ਤੇਰੀ ਜੂਨ ਕੋਈ ਨਹੀਂ ਹੈ। ਤੇ ਅਸੀਂ ਹੁਣ ਸੋਚਦੇ ਹਾਂ ਅਸੀਂ ਮਨੁੱਖ ਹਾਂ, ਇਹ ਵੀ ਸਾਡਾ ਭਰਮ ਭੁਲੇਖਾ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਫਿਰ ਕਹਿਣ ਲੱਗੇ ਅਜੂਨੀ, ਪਰਮੇਸ਼ਵਰ ਜੂਨਾਂ ਤੋਂ ਰਹਿਤ, ਅਸੀਂ ਵੀ ਜੂਨਾਂ ਤੋਂ ਰਹਿਤ ਹਾਂ। ਸਹਿ ਭੰਗ, ਸਾਡਾ ਪ੍ਰਕਾਸ਼ ਪਰਮੇਸ਼ਵਰ ਦੇ ਵਿੱਚੋਂ ਹੋਇਆ। ਸਾਡਾ ਕੋਈ ਚਾਚਾ ਤਾਇਆ, ਭੂਆ ਫੁੱਫੜ, ਮਾਮਾ ਮਾਮੀ, ਕੋਈ ਮਾਤਾ ਪਿਤਾ ਨਹੀਂ, ਸਿਰਫ ਇੱਕ ਪਰਮੇਸ਼ਵਰ। ਤੇ ਗੁਰ ਪ੍ਰਸਾਦ ਜਿਸ ਮਨੁੱਖ ਦਾ ਇਹ ਸੰਸਾਰਕ ਜਾਮਾ ਮਿਲ ਗਿਆ, ਜਿਸ ਮਨੁੱਖ ਦੇ ਕੋਲ ਆ ਗਿਆ, ਸਿਰ ਦੇ ਉੱਤੇ ਗੁਰੂ ਪ੍ਰਗਟ ਹੋ ਗਿਆ, ਫਿਰ ਕਹਿੰਦੇ ਨੇ ਕਿ ਹੁਣ ਇਸ ਮਨੁੱਖ ਨੂੰ ਗੁਰੂ ਦੀ ਕਿਰਪਾ ਦੁਆਰਾ ਇਹ ਸਾਰੇ ਆਤਮਿਕ ਸਵਰੂਪਾਂ ਦੇ ਦਰਸ਼ਨ ਹੋਣਗੇ, ਆਤਮਿਕ ਗੁਣਾਂ ਦਾ ਪ੍ਰਗਟ ਹੋਣਾ ਹੋਏਗਾ ਜੇ ਗੁਰੂ ਮਿਲ ਜਾਏ ਤਾਂ। ਹੁਣ ਗੁਰਪ੍ਰਸਾਦ ਹੈ ਕੀ? ਗੁਰਪ੍ਰਸਾਦ ਉਸ ਵੇਲੇ ਵਰਤਦੀ। ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ ਗੁਰਪ੍ਰਸਾਦ ਕਿਸ ਵੇਲੇ ਵਰਤਦਾ? ਤੇ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਸਭ ਤੋਂ ਔਖਾ ਆ ਗੁਰੂ ਨਾਨਕ ਦੇ ਘਰ 'ਚ ਆਉਣਾ, ਤੁਸੀਂ ਆ ਗਏ। ਉਸ ਤੋਂ ਵੀ ਔਖਾ ਆ ਸ਼੍ਰੀ ਜਪਜੀ ਸਾਹਿਬ ਦੇ ਦਰਸ਼ਨ ਕਰਨੇ, ਉਹ ਤੁਸੀਂ ਕਰ ਲਏ। ਉਸ ਤੋਂ ਵੀ ਔਖਾ ਆ ਸ਼੍ਰੀ ਜਪਜੀ ਸਾਹਿਬ ਨੂੰ ਕੰਨਾਂ ਨਾਲ ਸਰਵਣ ਕਰਨਾ, ਉਹ ਤੁਸੀਂ ਕਰ ਲਿਆ। ਉਸ ਤੋਂ ਵੀ ਔਖਾ ਆ ਅੰਮ੍ਰਿਤ ਛਕਣਾ, ਤੁਸੀਂ ਅੰਮ੍ਰਿਤ ਵੀ ਛਕ ਲਿਆ। ਉਸ ਤੋਂ ਵੀ ਔਖਾ ਆ ਕਿ ਗੁਰੂ ਹੁਕਮ ਦੇਵੇ, ਗੁਰੂ ਨੇ ਤੁਹਾਨੂੰ ਹੁਕਮ ਦੇ ਦਿੱਤਾ।
ਜਦੋਂ ਅੰਮ੍ਰਿਤ ਛਕ ਲਿਆ, ਗੁਰੂ ਦਾ ਹੁਕਮ ਮਿਲ ਗਿਆ, ਹੁਣ ਜੋ ਵੀ ਤੁਸੀਂ ਗੁਰੂ ਦੇ ਹੁਕਮ ਅਧੀਨ ਕਰੋਗੇ ਸਭ ਗੁਰ ਪ੍ਰਸਾਦ ਹੀ ਹੈ। ਹੁਣ ਤੁਹਾਨੂੰ ਕਿਤੋਂ ਪੁੱਛਣ ਦੀ ਲੋੜ ਨਹੀਂ, ਹੁਣ ਗੁਰੂ ਦੀ ਕਿਰਪਾ ਵਰਤ ਗਈ। ਅੱਗੇ ਕਮੀ ਸਾਡੇ ਵਿੱਚ। ਤੇ ਕਹਿਣ ਲੱਗੇ ਜੋ ਇੱਕ ਓਂਕਾਰ ਹੈ ਸਾਡੀ ਮੰਜ਼ਿਲ ਹੈ, ਉੱਥੋਂ ਤੱਕ ਪਹੁੰਚਣਾ ਆ। ਇਸ ਕਰਕੇ ਹੁਣ ਆਪਾਂ ਇਹ ਕੰਮ ਕਰੀਏ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਦੇ ਨੇ, ਜਪ ਐਸੇ ਪਰਮੇਸ਼ਵਰ ਦਾ ਜਾਪ ਕਰ, ਉਹਦਾ ਸਿਮਰਨ ਕਰ, ਉਹਦੀ ਬੰਦਗੀ ਕਰ। ਕਿਸ ਪਰਮੇਸ਼ਵਰ ਦੀ? ਆਦਿ ਸੱਚ, ਜਿਸ ਵੇਲੇ ਕੁਝ ਵੀ ਨਹੀਂ ਸੀ, ਮੁੱਢ ਤੋਂ ਉਹ ਸੱਚ ਸੀ, ਕਦੀ ਮਰਿਆ ਨਹੀਂ, ਸਜੀਵ ਸੀ। ਜੁਗਾਦ ਸੱਚ, ਫਿਰ ਪਰਤ ਕੇ ਯੁਗਾਂ ਦਾ ਨਿਰਮਾਣ ਹੋਇਆ। ਸਤਯੁਗ, ਤ੍ਰੇਤਾ ਯੁਗ, ਦੁਆਪਰ ਯੁਗ, ਕਲ ਯੁਗ, ਯੁਗਾਂ ਵਿੱਚ ਵੀ ਸੱਚ ਹੈ। ਵੀ ਸੱਚ, ਹੁਣ ਵੀ ਸੱਚ ਆ। ਨਾਨਕ ਇੱਥੇ ਵਿਸ਼ਰਾਮ, ਨਾਨਕ ਹੋਸੀ ਵੀ ਸੱਚ। ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਏਗਾ। ਅਸਲ ਵਿੱਚ ਇਹ ਸੱਚੇ ਪਾਤਸ਼ਾਹ ਦੱਸ ਰਹੇ ਨੇ, ਜਪੇਗਾ ਤੇ ਤੈਨੂੰ ਆਪਣਾ ਸਵਰੂਪ ਇੰਜ ਪ੍ਰਤੀਤ ਹੋਏਗਾ, ਕਦੀ ਮਰਿਆ ਹੀ ਨਹੀਂ। ਜੇ ਰੱਬ ਕਦੀ ਨਹੀਂ ਮਰਦਾ, ਜੀਵੈ ਦਾਤਾ ਮਰੈ ਨਾ ਕੋਈ। ਮਹਾਰਾਜ ਜੀ ਕਹਿੰਦੇ ਕੋਈ ਮਰਦਾ ਹੀ ਨਹੀਂ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੇ। ਮਹਾਰਾਜ ਜੀ ਕਹਿੰਦੇ ਨੇ ਤੈਨੂੰ ਪਤਾ ਫੇਰ ਲੱਗਣਾ ਵਾ ਜਪ ਦੇ ਰਾਹੀਂ, ਸਿਮਰਨ ਦੇ ਰਾਹੀਂ, ਕਿ ਮੈਂ ਤੇ ਪਰਮੇਸ਼ਵਰ ਤੋਂ ਕਦੀ ਵਿਛੜਿਆ ਹੀ ਨਹੀਂ। ਥੋੜਾ ਜਿਹਾ ਭੁਲੇਖਾ ਪਿਆ ਸੀ, ਭਰਮ ਪਿਆ ਸੀ। ਪਰਮੇਸ਼ਵਰ ਸਰਵ ਵਿਆਪਕ, ਜਦੋਂ ਅਸੀਂ ਵੀ ਸਰਵ ਵਿਆਪਕ ਹੋ ਜਾਂਦੇ ਹਾਂ, ਫਿਰ ਸਾਡੇ ਹਿਰਦੇ ਦੀ ਮੈਲ ਖਤਮ ਹੋ ਜਾਂਦੀ ਹੈ। ਅੱਗੇ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਆਓ ਸਰਵਣ ਕਰੀਏ। ਸੋਚਾ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਇੱਥੇ ਧਿਆਨ ਦੇਣਾ ਪਏਗਾ। ਜੇ ਆਪਾਂ ਪੜਾਂਗੇ ਨਾ ਸੋਚਿਆ, ਫਿਰ ਇਹਦਾ ਅਰਥ ਬਣ ਜਾਣਾ ਵਾ ਸੋਚਣ ਦੇ ਨਾਲ, ਖਿਆਲ ਕਰਨ ਦੇ ਨਾਲ, ਥਾਟ ਕ੍ਰੀਏਟ ਕਰਨ ਦੇ ਨਾਲ। ਪਰ ਇੱਥੇ ਮਹਾਰਾਜ ਜੀ ਉਹ ਨਹੀਂ ਕਹਿ ਰਹੇ। ਇੱਥੇ ਆ ਸੋਚੈ, ਜਿਵੇਂ ਸ਼ੌਚਾਲੇ ਕਹਿੰਦੇ ਆ, ਇਸੇ ਤਰ੍ਹਾਂ ਸੱਸੇ ਉੱਤੇ ਹੋੜਾ ਆ, ਉੱਤੇ ਅਦਕ ਪਏਗਾ। ਬੋਲੀ ਦੇ ਵਿੱਚ ਅਸੀਂ ਹੱਥਾਂ ਨਾਲ ਤਾਂ ਨਹੀਂ ਨਾ ਪਾ ਸਕਦੇ, ਬੋਲੀ ਵਿੱਚ ਆਏਗਾ। ਸੋਚੈ, ਇੱਥੇ ਥੋੜੇ ਸਮੇਂ ਲਈ ਰੁਕਣਾ। ਸੋਚੈ ਸੋਚ ਨਾ ਹੋਵਈ, ਇੱਥੇ ਸੋਚ ਨੂੰ ਬੋਲਣ ਲੱਗਿਆ ਵੀ ਸਟ੍ਰੈਸ ਪਾਉਣਾ ਪਏਗਾ, ਥੋੜਾ ਵਜਨ ਪਾਉਣਾ ਪਏਗਾ, ਫਿਰ ਇਹ ਅੱਖਰ ਕਲੀਅਰ ਹੋਣਗੇ। ਸੋਚੈ ਸੋਚ ਨਾ ਹੋਵਈ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਇਹਨੂੰ ਲੱਖ ਵਾਰ ਨਹੀਂ ਕਹਿਣਾ, ਲੱਲੇ ਉੱਤੇ ਅਦਕ ਪਏਗਾ, ਲੱਖ ਵਾਰ। ਜਿਵੇਂ ਅਸੀਂ ਸਿੱਧੀ ਝਟਕੀ ਬੋਲੀ ਵਿੱਚ ਬੋਲਦੇ ਹਾਂ ਲੱਖ ਵਾਰ, ਲੱਖ ਵਾਰ ਨਹੀਂ, ਲੱਖ ਵਾਰ ਫਿਰ ਕਲੀਅਰ ਨਹੀਂ ਹੋਏਗਾ। ਮਹਾਰਾਜ ਜੀ ਬਚਨ ਕਰਦੇ ਨੇ, ਜੇ ਤੂੰ 99,99,999 ਵਾਰੀ ਵੀ ਇਸ਼ਨਾਨ ਕਰ ਲਵੇਂ ਤਾਂ ਵੀ ਮਨ ਦੀ ਮੈਲ ਨਹੀਂ ਧੁੱਪਣੀ, ਕਿਉਂਕਿ ਦ੍ਰਿਸ਼ਟਮਾਨ ਚੀਜ਼ ਦਾ ਦ੍ਰਿਸ਼ਟਮਾਨ ਨਾਲ ਸੰਬੰਧ ਆ, ਅਦ੍ਰਿਸ਼ਟ ਦਾ ਅਦ੍ਰਿਸ਼ਟ ਨਾਲ ਸੰਬੰਧ ਆ। ਮੈਲ ਦਿਸਦੀ ਆ, ਸਾਬਣ ਦਿਸਦਾ, ਉਹਨੇ ਮੈਲ ਧੋ ਦੇਣੀ ਆ। ਹੁਣ ਅੰਦਰ ਦੀ ਮੈਲ ਦਿਸਦੀ ਨਹੀਂ ਆ। ਹੁਣ ਅਣਦਿਸਦੀ ਚੀਜ਼ ਨੂੰ ਧੋਣ ਵਾਸਤੇ ਅਣਦਿਸਦੀ ਤਾਕਤ ਚਾਹੀਦੀ ਆ। ਉਹ ਕੀ ਆ? ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੈ ਰੰਗ। ਉਹ ਨਾਮ ਜੋ ਅਦ੍ਰਿਸ਼ਟ ਸ਼ਕਤੀ ਆ, ਉਹ ਹੀ ਧੋਏਗੀ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਚੁੱਪਾ ਚੁੱਪ ਨਾ ਹੋਵਈ, ਜੇ ਲਾਇ ਰਹਾ ਲਿਵਤਾਰ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਕੁਝ ਲੋਕ ਮੌਨੀ ਹੋ ਜਾਂਦੇ ਨੇ, ਚੁੱਪ ਹੋ ਜਾਂਦੇ ਨੇ, ਕਹਿੰਦੇ ਨੇ ਕਿ ਚੁੱਪ ਹੁੰਦੇ ਰੱਬ ਮਿਲ ਜਾਂਦਾ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਅਸਲ ਵਿੱਚ ਚੁੱਪ ਹੋਣਾ ਚੰਗੀ ਗੱਲ ਆ, ਬਹੁਤਾ ਨਹੀਂ ਬੋਲਣਾ ਚਾਹੀਦਾ। ਬਹੁਤਾ ਬੋਲਣ ਝੱਖਣ ਹੋਏ, ਬਹੁਤਾ ਬੋਲਣ ਨਾਲ ਤਾਕਤ ਵੇਸਟ ਹੁੰਦੀ ਆ। ਜੋ ਮੌਨੀ ਕਰਦੇ ਠੀਕ ਕਰਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਠੀਕ ਆ, ਐਨਰਜੀ ਨੂੰ ਸੇਵ ਕਰਨਾ ਚਾਹੀਦਾ, ਸ਼ਕਤੀ ਨੂੰ ਵੇਸਟ ਨਹੀਂ ਕਰਨਾ ਚਾਹੀਦਾ। ਪਰ ਤੁਸੀਂ ਇਹ ਕਹੋ ਸਿਰਫ ਚੁੱਪ ਹੀ ਹੋ ਕੇ ਤੇ ਅਸੀਂ ਪਰਮਾਤਮਾ ਨੂੰ ਮਿਲ ਲਵਾਂਗੇ, ਕਹਿੰਦੇ ਨਹੀਂ, ਇੰਜ ਨਹੀਂ ਹੋਣਾ। ਮਨ ਚੁੱਪ ਚਾਹੀਦਾ ਆ। ਜਦੋਂ ਮਨ ਚੁੱਪ ਹੋ ਜਾਂਦਾ ਆ, ਫਿਰ ਸਿਰਫ ਗੁਰੂ ਦਾ ਸ਼ਬਦ ਹੀ ਗੂੰਜਦਾ ਆ। ਹੁਣ ਅਸੀਂ ਗਹਿਰੀ ਬਾਤ, ਹੁਣ ਅਸੀਂ ਇਹ ਸ਼ਬਦ ਸੁਣਿਆ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਇਹ ਇੱਕ ਪੰਕਤੀ ਦੇ ਪਿੱਛੇ ਘੱਟੋ ਘੱਟ 99 ਲੱਖ ਤੋਂ ਵੱਧ ਸਾਡੇ ਅੰਦਰ ਅੱਖਰ ਤੁਰੇ ਜਾਂਦੇ ਨੇ। ਹੁਣ
ਇੰਨੇ ਅੱਖਰ ਇੰਨੀਆਂ ਆਵਾਜ਼ਾਂ ਦੇ ਵਿੱਚ ਇਹ ਪੰਕਤੀ ਅੰਦਰੋਂ ਸੁਣਨੀ ਨਹੀਂ। ਕਹਿਣ ਦਾ ਅਰਥ ਇਹ ਹੈ, ਜਦੋਂ ਮਨ ਚੁੱਪ ਹੋ ਜਾਂਦਾ, ਤੁਸੀਂ ਇੱਕ ਵਾਰੀ ਵਾਹਿਗੁਰੂ ਕਹਿੰਦੇ ਹੋ ਤੇ ਇੰਜ ਲੱਗਦਾ ਜਿਵੇਂ ਅੰਦਰ ਲੱਖਾਂ ਸਪੀਕਰ ਲੱਗੇ ਨੇ, ਇੱਕ ਵਾਰੀ ਬੋਲਣ ਨਾਲ ਕਰੋੜਾਂ ਵਾਰੀ ਸੁਣਦਾ। ਮਨ ਦਾ ਚੁੱਪ ਹੋਣਾ ਇਹ ਸਿਰਫ ਗੁਰੂ ਦੀ ਬਾਣੀ ਦਾ ਅਭਿਆਸ, ਗੁਰੂ ਦੇ ਸ਼ਬਦ ਦਾ ਅਭਿਆਸ, ਜਾਂ ਫਿਰ ਬਹੁਤ ਵੱਡੇ ਭਾਗ ਹੋਣ, ਗੁਰੂ ਦੀ ਨਜ਼ਰ ਇਨਾਇਤ ਹੋਵੇ ਤੇ ਸੰਤਾਂ ਮਹਾਂਪੁਰਖਾਂ ਦਾ, ਪੂਰਨ ਮਹਾਂਪੁਰਖਾਂ ਦਾ ਮਿਲਾਪ ਹੋ ਜਾਏ ਤੇ ਉਹ ਖੇਡ ਵਰਤਾ ਸਕਦੇ ਆ। ਚੁੱਪ ਮਨ ਦਾ ਹੋਣਾ ਲਾਜ਼ਮੀ ਆ। ਜ਼ੁਬਾਨ ਦਾ ਚੁੱਪ ਹੋਣਾ, ਕੋਈ ਚੁੱਪ ਹੋਣਾ ਥੋੜ੍ਹਾ, ਮਨ ਤੇ ਬੋਲਦਾ ਪਿਆ। ਮਹਾਰਾਜ ਜੀ ਕਹਿੰਦੇ ਨੇ ਚੁੱਪ ਹੋਣ ਦੇ ਨਾਲ ਵੀ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੁੰਦੀ। ਭਾਵੇਂ ਇੱਕ ਰਸ, ਜਿਵੇਂ ਤੇਲ ਨੂੰ ਅਸੀਂ ਕਿਸੇ ਭਾਂਡੇ 'ਚ ਪਾਉਂਦੇ ਹਾਂ ਤੇ ਇੱਕ ਧਾਰ, ਇੱਕ ਰਸ ਉਹ ਜਿਵੇਂ ਦੂਜੇ ਭਾਂਡੇ 'ਚ ਡਿੱਗਦਾ, ਅਸੀਂ ਇੱਕ ਰਸ ਚੁੱਪ ਰਹੀਏ ਤਾਂ ਵੀ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੁੰਦੀ। ਭੁੱਖਿਆ ਭੁੱਖ ਨ ਉਤਰੀ, ਜੇ ਬੰਨਾ ਪ੍ਰਿਆ ਭਾਰ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਜੇਕਰ ਸਰੀਰਕ ਭੁੱਖ ਆ ਤੇ ਭਾਵੇਂ ਪੁਰੀਆਂ ਦੀਆਂ ਪੁਰੀਆਂ, ਇੰਦਰਪੁਰੀ, ਬ੍ਰਹਮਪੁਰੀ, ਵਿਸ਼ਨੂਪੁਰੀ, ਹੋਰ ਜਿੰਨੀਆਂ ਵੀ ਪੁਰੀਆਂ ਨੇ, ਉਹ ਸਾਰੀਆਂ ਦੇ ਭੋਜਨ ਤੁਸੀਂ ਅਖਤਿਆਰ ਕਰ ਲਓ, ਇਕੱਠੇ ਕਰ ਲਵੋ, ਛਕ ਲਵੋ, ਸਰੀਰਕ ਭੁੱਖ ਨਹੀਂ ਮਿਟੇਗੀ। ਹੁਣ ਕਿੰਨੇ ਪ੍ਰਸ਼ਾਦੇ ਛਕੇ ਦੇਖੋ ਅਸੀਂ ਸਾਰੀ ਜ਼ਿੰਦਗੀ, ਹੁਣ ਤੁਸੀਂ ਅੰਦਰੋਂ ਲੱਭੋ ਇੱਕ ਵੀ ਪ੍ਰਸ਼ਾਦਾ, ਤੁਹਾਨੂੰ ਲੱਭਣਾ ਹੀ ਕੋਈ ਨਹੀਂ। ਇਹ ਫਿਰ ਢਿੱਡ ਭੁੱਖੇ ਦਾ ਭੁੱਖਾ। ਲੱਖਾਂ ਹੀ ਪ੍ਰਸ਼ਾਦੇ ਛਕ ਲਏ ਹੋਣੇ ਅਸੀਂ, ਪਤਾ ਹੀ ਨਹੀਂ ਕਿੰਨੇ ਕਿੰਨੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੋ ਜਿਹਾ ਤੇਰੇ ਢਿੱਡ ਦਾ ਹਾਲ ਆ, ਇਹਦੇ ਤੋਂ ਅਰਬਾਂ ਖਰਬਾਂ ਗੁਣਾ ਮਾੜਾ ਹਾਲ ਤੇਰੇ ਮਨ ਦਾ ਆ। ਜਿੰਨੀਆਂ ਮਰਜ਼ੀ ਚੀਜ਼ਾਂ ਮਿਲ ਜਾਣ, ਇਹਨੇ ਫਿਰ ਭੁੱਖੇ ਦਾ ਭੁੱਖਾ ਰਹਿਣਾ, ਕਿਉਂਕਿ ਮਨ ਦੀ ਤ੍ਰਿਪਤੀ ਸਿਰਫ ਗੁਰੂ ਦੇ ਸ਼ਬਦ, ਗੁਰੂ ਦੀ ਕਿਰਪਾ ਦੇ ਨਾਲ ਹੋਏਗੀ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਕਹਿਣ ਲੱਗੇ ਇਸ ਕਰਕੇ ਭਾਵੇਂ ਪੁਰੀਆਂ ਦੀਆਂ ਪੁਰੀਆਂ ਅਸੀਂ ਬੰਨ ਕੇ ਅਸੀਂ ਆਪਣੇ ਕੋਲ ਰੱਖ ਲਈਏ ਤਾਂ ਵੀ ਮਨ ਦੀ ਭੁੱਖ ਕਦੀ ਖਤਮ ਨਹੀਂ ਹੋਣੀ। ਮਨ ਦੀ ਭੁੱਖ ਜੇ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਪੂਰੀ ਕਰੀਏ ਨਾ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਗ ਲੱਗੀ ਪਈ ਆ ਤੇ ਤੂੰ ਸਾਰੀ ਸ੍ਰਿਸ਼ਟੀ ਦੀਆਂ ਲੱਕੜਾਂ ਉਹਦੇ ਵਿੱਚ ਪਾ ਦੇ, ਉਹ ਅੱਗ ਨੇ ਹੋਰ ਭੜਕਣਾ ਆ। ਅੱਗ ਨੇ ਕਦੀ ਕਹਿਣਾ ਨਹੀਂ ਕਿ ਮੈਂ ਤੇ ਬੁੱਝ ਗਈ ਆ, ਢਿੱਡ ਆਪਣਾ ਭਰ ਗਿਆ ਆ ਤੇ ਹੋਰ ਤੁਸੀਂ ਮੈਨੂੰ ਕੁਝ ਨਾ ਛਕਾਓ। ਮਹਾਰਾਜ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਸਹਸ ਸਿਆਣਪਾ ਲੱਖ ਹੋਏ, ਤਾਂ ਇੱਕ ਨ ਚੱਲਾ ਨਾਲ। ਭਾਵੇਂ ਹਜ਼ਾਰਾਂ ਲੱਖਾਂ ਸਿਆਣਪਾਂ ਹੋਣ, ਲੱਖਾਂ ਦਾ ਵੀ ਮਹਾਰਾਜ ਜੀ ਨੇ ਇਹਦੀ ਗਿਣਤੀ ਕੀਤੀ, 99,99,999। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਸੇ ਕੋਲ ਇੰਨੇ ਗੁਣ ਹੋਣ। ਇੱਥੇ ਗੁਣ ਨੂੰ ਸਮਝਣਾ ਪਏਗਾ। ਸਿਆਣਪਾਂ ਦਾ ਅਰਥ ਪਤਾ ਕੀ ਹੁੰਦਾ? ਇੱਕ ਬੰਦਾ ਵਕੀਲ ਵੀ ਹੋਵੇ ਪੂਰਾ ਐਕਸਪਰਟ, ਇੱਕ ਬੰਦਾ ਇੰਜੀਨੀਅਰ ਵੀ ਹੋਵੇ ਪੂਰਾ ਐਕਸਪਰਟ, ਇੱਕ ਬੰਦਾ ਕਾਰ ਮਕੈਨਿਕ ਵੀ ਹੋਵੇ ਪੂਰਾ ਐਕਸਪਰਟ, ਹਰ ਚੀਜ਼ ਵਿੱਚ ਐਕਸਪਰਟ ਹੋਵੇ। ਤੇ ਸ੍ਰਿਸ਼ਟੀ ਦੇ ਵਿੱਚ ਜਿੰਨੀ ਗਿਣਤੀ ਮਹਾਰਾਜ ਜੀ ਨੇ ਕੀਤੀ, ਇੰਨੇ ਗੁਣ ਹੈ ਹੀ ਨਹੀਂ, ਹੁਨਰ ਹੈ ਹੀ ਨਹੀਂ। ਕਿੰਨੇ ਕੁ ਹੁਨਰ ਨੇ? ਕਿਤੇ ਸੈਂਕੜਿਆਂ ਦੇ ਵਿੱਚ ਹੀ ਸਮਾਪਤੀ ਹੋ ਜਾਂਦੀ ਹੈ। ਚਲੋ ਹਜ਼ਾਰਾਂ ਲਾ ਲਓ, ਹਜ਼ਾਰਾਂ ਵੀ ਕੋਈ ਬਹੁਤੀ ਗਿਣਤੀ ਵਿੱਚ ਨਹੀਂ ਹੁੰਦੇ। ਜਿਵੇਂ ਕਥਾ ਕਰਨੀ ਇੱਕ ਗੁਣ ਆ, ਪਾਠ ਕਰਨਾ ਇੱਕ ਗੁਣ ਆ, ਮਹਾਰਾਜ ਜੀ ਨੇ ਦਿੱਤਾ। ਕੀਰਤਨ ਕਰਨਾ ਇੱਕ ਗੁਣ ਆ। ਸਾਡੇ ਧਾਰਮਿਕ ਤਬਕੇ ਵਿੱਚ 5 ਕੀ ਗੁਣ ਨੇ, 5-7, ਇਸ ਤੋਂ ਵੱਧ ਕੇ ਹੈ ਨਹੀਂ। ਤੇ ਧਾਰਮਿਕ ਤਬਕੇ ਵਿੱਚ 7-8 ਗੁਣ ਤੋਂ ਬਾਅਦ ਇੱਥੇ ਹੁਨਰਾਂ ਦੀ ਸਮਾਪਤੀ ਆ, ਜਿਹੜੇ ਅਸੀਂ ਪੰਥਕ ਤੌਰ 'ਤੇ ਅਸੀਂ ਪ੍ਰੈਜ਼ੈਂਟ ਕਰਦੇ ਹਾਂ। ਤੇ ਬਾਹਰੀ ਤੌਰ 'ਤੇ ਕਰੋ, ਬਿਜਲੀ ਬੋਰਡ ਵਾਲੇ ਪਾਸੇ ਚਲੇ ਜਾਓ, ਉੱਥੇ ਕਿੰਨੇ ਕੁ ਗੁਣ ਨੇ। ਨਹਿਰ ਦੇ ਮਹਿਕਮੇ 'ਚ ਦੇਖ ਲਓ। ਮਹਾਰਾਜ ਜੀ ਕਹਿੰਦੇ ਤੂੰ ਇੰਨਾ ਕੁ ਐਕਸਪਰਟ ਹੋ ਜਾਵੇਂ ਤਾਂ ਵੀ ਇੱਕ ਵੀ ਗੁਣ ਤੇਰੇ ਨਾਲ ਨਹੀਂ ਜਾਣਾ, ਤੇਰੀ ਕੋਈ ਵੀ ਸਿਆਣਪ ਨਾਲ ਨਹੀਂ ਜਾਣੀ। ਤੇ ਸਿਆਣਪ ਮਾਰਨੀ ਪੈਂਦੀ ਆ। ਮਾਰਨੀ ਕਿਵੇਂ ਆ? ਐਵੇਂ ਨਹੀਂ ਕਿ ਆਪਣੇ ਚਪੇੜਾਂ ਮਾਰੀ ਜਾਓ ਜਾਂ ਫਿਰ ਆਪਣਾ ਜੋੜਾ ਲਾ ਕੇ ਮਾਰੀ ਜਾਓ ਆਪਣੇ। ਇਹ ਸਿਆਣਪ ਮਰੇਗੀ, ਇਹ ਚਤਰਾਈ ਮਰੇਗੀ ਸਿਰਫ ਪਰਮੇਸ਼ਵਰ ਦੇ ਸ਼ਬਦ ਦੇ ਨਾਲ, ਗੁਰੂ ਮੰਤਰ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ। ਇਹ ਸਿਆਣਪ ਹੀ ਤਾਂ ਸਭ ਤੋਂ ਵੱਡੀ ਰੁਕਾਵਟ ਆ। ਇਹ ਅਭਿਆਸੀ ਸੱਜਣ ਜਾਣਦੇ ਨੇ, ਜੋ ਸਾਧੂ ਮਾਰਗ 'ਤੇ ਚੱਲਦੇ ਨੇ ਉਹ ਜਾਣਦੇ ਨੇ। ਅੱਗੇ ਮਹਾਰਾਜ ਜੀ ਕਿਰਪਾ ਕਰਦੇ ਹਨ, ਇਵ ਸਚਿਆਰਾ ਹੋਈਐ, ਇਵ ਕੂੜਾ ਪੱਟਾ ਪਾਲ। ਇੱਥੇ ਮਹਾਰਾਜ ਜੀ ਇਹ ਬਖਸ਼ਿਸ਼ ਕਰਦੇ ਨੇ, ਅਸੀਂ ਪਰਮੇਸ਼ਵਰ ਦੇ ਪ੍ਰਕਾਸ਼ ਦੇ ਵਿੱਚ ਪ੍ਰਕਾਸ਼ ਸਰੂਪ ਕਿਵੇਂ ਹੋਈਏ।
ਅਸੀਂ ਉਹਦੇ ਯੋਗ ਕਿਵੇਂ ਬਣੀਏ? ਸਾਡੇ ਤੇ ਪਰਮੇਸ਼ਵਰ ਵਿੱਚ ਇੱਕ ਝੂਠ ਦੀ ਕੰਧ ਆ, ਇਹ ਰੱਬ ਨੇ ਨਹੀਂ ਬਣਾਈ, ਇਹ ਅਸੀਂ ਬਣਾਈ ਆ। ਤੇ ਕਹਿੰਦੇ ਕਿਵੇਂ ਮਿਲਾਪ ਹੋਵੇ, ਢੰਗ ਕੀ ਹੈ, ਤਰੀਕਾ ਕੀ ਹੈ? ਤੇ ਸੱਚੇ ਪਾਤਸ਼ਾਹ ਜੀ ਹੁਣ ਅੱਗੇ ਦੱਸਣਾ ਕਰਦੇ ਹਨ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਮਹਾਰਾਜ ਜੀ ਕਹਿੰਦੇ ਨੇ ਭਾਈ, ਜੇਕਰ ਅਸੀਂ ਸਾਰਿਆਂ ਨੇ ਪ੍ਰਕਾਸ਼ ਸਰੂਪ ਦੇ ਵਿੱਚ ਪ੍ਰਕਾਸ਼ ਸਰੂਪ ਹੋਣਾ ਹੈ ਤੇ ਢੰਗ ਤਰੀਕਾ ਸਿਰਫ ਇੱਕ ਹੈ, ਆਪਣੀ ਮਨ ਮਤ ਨੂੰ ਛੱਡ ਕੇ ਗੁਰੂ ਦੇ ਹੁਕਮ ਵਿੱਚ ਹੋ ਜਾਈਏ। ਗੁਰੂ ਦਾ ਹੁਕਮ ਪਰਮੇਸ਼ਵਰ ਦੇ ਹੁਕਮ ਦੇ ਅਧੀਨ ਹੈ। ਆਪ ਜੀ ਦੇਖੋ, ਰਾਤ ਹੋਣ ਤੋਂ ਪਹਿਲਾਂ ਚਿੜੀਆਂ ਸੌਂ ਜਾਂਦੀਆਂ ਨੇ ਤੇ ਅੰਮ੍ਰਿਤ ਵੇਲੇ ਉੱਠ ਪੈਂਦੀਆਂ ਨੇ। ਕਿੰਨਾ ਸੋਹਣਾ ਹੁਕਮ ਪਰਮੇਸ਼ਵਰ ਦਾ। ਪਰਮੇਸ਼ਵਰ ਦਾ ਹੁਕਮ ਵਰਤਦਾ, ਅਸੀਂ ਸਾਰਾ ਹੀ ਹੁਕਮ ਤੋਂ ਉਲਟੇ ਚੱਲਦੇ ਹਾਂ। ਅਸੀਂ ਬਿਲਕੁਲ ਹੀ ਉਲਟੇ ਚੱਲਦੇ ਹਾਂ। ਦਰਖਤ ਜੋ ਬਾਹਰ ਖੜੇ ਹੁੰਦੇ ਨੇ, ਜਿਉਂ-ਜਿਉਂ ਦਰਖਤ ਵੱਡਾ ਹੁੰਦਾ ਆ, ਸੋਹਣਾ ਹੋਈ ਜਾਂਦਾ। ਇੱਥੇ ਬੰਦਾ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ, ਇਹ ਭੈੜਾ ਹੋਈ ਜਾਂਦਾ, ਝੁਰੜੀਆਂ ਪਈ ਜਾਂਦੀਆਂ, ਰਿੰਕਲਸ ਪਈ ਜਾਂਦੇ ਆ। ਕਿਉਂ? ਬੰਦਾ ਲੜਦਾ ਆ ਰੱਬ ਦੇ ਹੁਕਮ ਨਾਲ। ਦਰਖਤ ਕਦੀ ਲੜਦੇ ਨਹੀਂ। ਗਰਮੀ ਆਈ 7 ਵਚਨ, ਸਰਦੀ ਆਈ 7 ਵਚਨ, ਝੱਖੜ ਆਇਆ 7 ਵਚਨ, ਭਾਵੇਂ ਕੋਈ ਆਰਾ ਚੁੱਕ ਕੇ ਆ ਗਿਆ 7 ਵਚਨ। ਤੇ ਇੱਥੇ ਅਸੀਂ ਸਵੇਰ ਦਾ ਪ੍ਰਸ਼ਾਦਾ ਨਾ ਛਕਿਆ ਹੋਵੇ ਤਾਂ ਅਸੀਂ ਕਹਿੰਦੇ ਹਾਂ, ਰੱਬਾ ਤੇਰੀਆਂ ਰੋਟੀਆਂ ਮੁੱਕ ਜਾਣ, ਤੇਰੇ ਭਾਂਡੇ ਖਾਲੀ ਹੋ ਜਾਣ। ਭਾਵੇਂ ਕਿ ਅਸੀਂ, ਜੇ ਸਾਨੂੰ ਜ਼ੁਕਾਮ ਵੀ ਲੱਗ ਗਿਆ, ਅਸੀਂ ਉਹਦੇ ਉੱਤੇ ਵੀ ਰੱਬ ਨੂੰ ਲਾਮਾ ਦਿੰਦੇ ਹਾਂ, ਤੈਨੂੰ ਲੱਗੇ, ਤੈਨੂੰ ਫੇਰ ਪਤਾ ਲੱਗੇ, ਸਾਨੂੰ ਦੁਖੀ ਕਰ ਮਾਰਿਆ ਹੀ। ਆਪਾਂ ਸ਼ਿਕਵਿਆਂ ਦੇ ਨਾਲ ਭਰੇ ਹੋਏ ਹਾਂ, ਆਪਾਂ ਸ਼ਿਕਾਇਤਾਂ ਨਾਲ ਭਰੇ ਹੋਏ ਹਾਂ। ਤੁਸੀਂ ਗਹਿਰੇ ਵਿੱਚ ਜਾ ਕੇ ਦੇਖੋ, ਅਸੀਂ ਤੇ ਨਿੱਕੀ ਨਿੱਕੀ ਆਪਣੀ ਗਲਤੀ ਦੇ ਹੀ ਰੱਬ ਨੂੰ ਹੀ ਉਲਾਮਾ ਦਿੰਦੇ ਹਾਂ। ਕੋਈ ਚੜ੍ਹਾਈ ਕਰ ਗਿਆ, ਇਹ ਹੁਣ ਕੀ ਕੀਤਾ ਜਾ ਸਕਦਾ, ਰੱਬ ਨੇ ਕਰਤਾ। ਵੈਸੇ ਉਮਰ ਨਹੀਂ ਸੀ ਚੜ੍ਹਾਈ ਕਰਨ ਦੀ। ਬੰਦਾ ਪੁੱਛੇ ਚੜ੍ਹਾਈ ਦੀ ਵੀ ਕੋਈ ਉਮਰ ਹੁੰਦੀ ਹੈ? ਇਹ ਐਕਸੀਡੈਂਟ ਹੋ ਗਿਆ, ਹੋਣਾ ਨਹੀਂ ਸੀ ਚਾਹੀਦਾ। ਪਤਾ ਨਹੀਂ ਰੱਬ ਦਾ ਕੀ ਵਿਗਾੜਿਆ ਸੀ। ਕਹਿਣ ਦਾ ਤਾਂ ਬੰਦਾ ਸਟਰਗਲ ਕਰਦਾ, ਤੇ ਸਟਰਗਲ ਦੇ ਵਿੱਚ ਇਹਦੀ ਆਤਮਿਕ ਸ਼ਕਤੀ ਹੀਨ ਹੁੰਦੀ ਹੈ। ਤੇ ਕੁਦਰਤ ਕਦੀ ਸਟਰਗਲ ਨਹੀਂ ਕਰਦੀ। ਤੇ ਵੇਖੋ ਗਰਮੀ ਸਰਦੀ ਵਿੱਚ ਫਸਲ ਕਿੰਨੀ ਸੋਹਣੀ ਹੁੰਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਹੁਕਮ ਦੇ ਵਿੱਚ ਹੋ ਜਾ। ਤੇ ਗੁਰੂ ਸਾਨੂੰ ਹੁਕਮ 'ਚ ਲੈ ਕੇ ਆਉਂਦਾ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਨਹੀਂ ਕੀਤਾ ਕਿ ਅੰਮ੍ਰਿਤ ਵੇਲੇ ਉੱਠ ਤੈਨੂੰ ਤਾਂ ਹੀ ਮਿਲੂ। ਇਹ ਪਰਮੇਸ਼ਵਰ ਦੀ ਖੇਡ ਦੇ ਵਿੱਚ ਗੁਰੂ ਮਹਾਰਾਜ ਜੀ ਸਾਨੂੰ ਸਹਿਜ ਅਵਸਥਾ 'ਚ ਬਖਸ਼ਿਸ਼ ਕਰਾਉਣਾ ਚਾਹੁੰਦੇ ਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਕਮ ਦੇ ਅਧੀਨ ਹੋ ਜਾ, ਫਿਰ ਤੂੰ ਪ੍ਰਕਾਸ਼ ਸਰੂਪ ਹੋ ਸਕਦਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਪਰਮੇਸ਼ਵਰ ਦੇ ਹੁਕਮ ਵਿੱਚ ਹੀ, ਪਰਮੇਸ਼ਵਰ ਦੀ ਅਸੀਮ ਸ਼ਕਤੀ ਦੇ ਵਿੱਚੋਂ ਹੀ ਸਾਰੀ ਸ੍ਰਿਸ਼ਟੀ ਦੇ ਆਕਾਰ ਬਣੇ ਨੇ। ਹੁਣ ਇੱਥੇ ਆਕਾਰਾਂ ਦਾ ਅਰਥ ਇਹ ਘਰ ਨਾ ਸਮਝੀਏ, ਇਹ ਤਾਂ ਮਨੁੱਖ ਦੇ ਖਿਆਲਾਂ ਵਿੱਚੋਂ ਪੈਦਾ ਹੋਏ ਖਿਆਲ ਨੇ। ਜੋ ਸਾਨੂੰ ਦਿਸ ਰਿਹਾ ਨਾ, ਕਾਰ ਦਿਸ ਰਹੀ ਆ, ਘਰ ਦਿਸ ਰਹੇ ਆ, ਅਸੀਂ ਕਾਰਾਂ ਚਲਾ ਲਈਆਂ, ਟਰੱਕ ਚਲਾ ਲਏ, ਅਸੀਂ ਜੋ ਕੁਝ ਵੀ ਹੈ ਤੇ ਬੰਦੇ ਦੇ ਖਿਆਲ ਆ। ਬੰਦੇ ਨੇ ਹੀ ਖਿਆਲ ਪੈਦਾ ਕਰਕੇ ਤੇ ਇਹ ਤੋਰ ਛੱਡਿਆ, ਉਹੀ ਨੇਚਰ ਦੀ ਹਾਨੀ ਕਰੀ ਜਾਂਦੇ ਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਕਮ ਦੇ ਵਿੱਚ 84 ਲੱਖ ਜੂਨਾਂ ਨੂੰ ਆਕਾਰ ਦਿੱਤਾ ਗਿਆ। ਜਿੰਨੇ ਵੀ ਗ੍ਰਹਿ ਨਕਸ਼ਤਰ ਤਾਰੇ ਸਿਆਰੇ ਆ, ਇਹ ਹੁਕਮ ਦੇ ਅਧੀਨ ਹੀ ਪਰਮੇਸ਼ਵਰ ਨੇ ਸਿਰਜੇ ਆ। ਤੇ ਸੱਚੇ ਪਾਤਸ਼ਾਹ ਜੀ ਨੂੰ ਪੁੱਛ ਲਿਆ ਕਿ ਮਹਾਰਾਜ ਜੀ ਦੱਸੋ, ਇਹਦੀ ਸੰਪੂਰਨ ਵਿਆਖਿਆ ਕਰੋ। ਮਹਾਰਾਜ ਜੀ ਕਹਿੰਦੇ ਹੁਕਮ ਨਾ ਕਹਿਆ ਜਾਏ। ਇੱਥੇ ਹੁਕਮ ਨਾ ਨਹੀਂ ਕਹਿਣਾ, ਨੰਨਾ ਮੁਕਤਾ ਆ। ਹੁਕਮ ਨਾ ਕਹਿਆ ਜਾਏ ਕਹਿਣ ਲੱਗੇ, ਪਰਮੇਸ਼ਵਰ ਦੇ ਹੁਕਮ ਨੂੰ ਸੰਪੂਰਨ ਢੰਗ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਤਾਂ ਪਰਮੇਸ਼ਵਰ ਹੀ ਜਾਣਦਾ। ਹੁਕਮੀ ਹੋਵਨ ਜੀ, ਹੁਕਮ ਮਿਲਾ ਵਡਿਆਈ। ਪਰਮੇਸ਼ਵਰ ਦੀ ਕਿਰਪਾ ਦੇ ਨਾਲ, ਪਰਮੇਸ਼ਵਰ ਦੇ ਹੁਕਮ ਦੇ ਵਿੱਚ ਹੀ ਜੀਵਾਂ ਦਾ ਨਿਰਮਾਣ ਹੁੰਦਾ ਹੈ। ਪਰਮੇਸ਼ਵਰ ਆਪਣੇ ਹੁਕਮ ਦੇ ਅਧੀਨ ਹੀ ਵਡਿਆਈਆਂ ਬਖਸ਼ਦਾ ਹੈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਪਰਮੇਸ਼ਵਰ ਦੇ ਹੁਕਮ ਦੇ ਨਾਲ ਹੀ ਕੋਈ ਉੱਤਮ ਹੈ, ਉਹਦੇ ਹੁਕਮ ਨਾਲ ਹੀ ਕੋਈ ਨੀਵਾਂ ਹੈ, ਉਹਦੇ ਹੁਕਮ ਦੇ ਨਾਲ ਹੀ ਸਾਨੂੰ ਦੁੱਖ ਸੁੱਖ ਪ੍ਰਾਪਤ ਹੁੰਦੇ ਹਨ। ਹੁਣ ਅਸੀਂ ਜੇ ਇਹ ਪੰਕਤੀ ਨੂੰ ਇੰਝ ਸੋਚਾਂਗੇ, ਅੱਛਾ ਜੀ ਉਹੀ ਦੁੱਖ ਸੁੱਖ ਦਿੰਦਾ ਤੇ ਫਿਰ ਸੁੱਖ ਸੁੱਖ ਹੀ ਦੇਵੇ, ਦੁੱਖ ਕਾਹਨੂੰ ਦਿੰਦਾ? ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਕਰਮ ਤੂੰ ਬੀਜੇ ਆ, ਅੱਗੇ ਮੇਰਾ ਹੁਕਮ ਵਰਤਦਾ ਆ,
ਇਵੇਂ ਨਹੀਂ ਕਿ ਕਿਸੇ ਦੇ ਉੱਤੇ ਮੈਂ ਜ਼ਿਆਦਾ ਦਿਆਲੂ ਹਾਂ ਤੇ ਕਿਸੇ ਤੇ ਘੱਟ ਦਿਆਲੂ। ਕਰਮਾਂ ਦੀ ਚੋਣ ਉਹ ਤੇਰੇ ਆਪਣੇ ਹੱਥ ਵੱਸ ਆ। ਪਰਤ ਕੇ ਉਹਦਾ ਬੀਜ ਤੋਂ ਇੱਕ ਬ੍ਰਿਕਸ਼ ਬਣਾਉਣਾ ਉਹ ਹੁਕਮ ਦੇ ਅਧੀਨ ਸਹਿਜ ਅਵਸਥਾ 'ਚ ਆਪਣੇ ਆਪ ਚੱਲ ਰਿਹਾ ਆ। ਕਹਿੰਦੇ ਫਿਰ ਉਹਦੇ ਹੁਕਮ ਦੇ ਅਧੀਨ ਜਿਹੋ ਜਿਹੇ ਤੂੰ ਕਰਮ ਕਰੇਂਗਾ ਉਹੋ ਜਿਹਾ ਤੈਨੂੰ ਦੁੱਖ ਮਿਲ ਜਾਏਗਾ, ਉਹੋ ਜਿਹਾ ਸੁੱਖ ਮਿਲ ਜਾਏਗਾ, ਉਹੋ ਜਿਹਾ ਹੀ ਤੂੰ ਉੱਤਮ ਸੰਸਾਰ 'ਚ ਜਾਣਿਆ ਜਾਏਗਾ, ਉਹੋ ਜਿਹਾ ਹੀ ਨੀਚ ਜਾਣਿਆ ਜਾਏਗਾ। ਪਰਮੇਸ਼ਵਰ ਦਾ ਹੁਕਮ ਸਾਰਿਆਂ ਵਾਸਤੇ ਇਕੁਅਲ ਆ। ਅਮੀਰ ਵਾਸਤੇ ਕੋਈ ਬਹੁਤਾ ਪਰਮਾਤਮਾ ਖੁਸ਼ ਨਹੀਂ ਹੁੰਦਾ ਤੇ ਗਰੀਬ ਵਾਸਤੇ ਬਹੁਤਾ ਨਾਰਾਜ਼ ਨਹੀਂ ਹੁੰਦਾ। ਇਵੇਂ ਨਹੀਂ ਕਿ ਗਰੀਬਾਂ ਨੂੰ ਪੁੱਛੇ ਨਾ ਤੇ ਅਮੀਰਾਂ ਨੂੰ ਪੁੱਛੀ ਜਾਏ। ਇਸ ਕਰਕੇ ਸਾਰਾ ਕੁਝ ਪਰਮੇਸ਼ਵਰ ਇਕੁਐਲਿਟੀ ਦੇ ਵਿੱਚ ਸਾਰਿਆਂ ਉੱਤੇ ਬਖਸ਼ਿਸ਼ ਵਰਤਾਉਂਦਾ ਹੈ। ਇਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਆ। ਆਪਣੇ ਕਰਮਾਂ ਦੇ ਅਨੁਸਾਰ ਜਿਸ ਵੇਲੇ ਅਸੀਂ ਬੀਜ ਬੀਜਦੇ ਹਾਂ ਫਿਰ ਪਰਮੇਸ਼ਵਰ ਦੇ ਹੁਕਮ ਦਾ ਵਰਤਾਰਾ ਵਰਤਦਾ ਹੈ ਤੇ ਕਈਆਂ ਨੂੰ ਪਰਮੇਸ਼ਵਰ ਦੀ ਬਖਸ਼ਿਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਕਈ 84 ਲੱਖ ਜੂਨਾਂ ਵਿੱਚ ਭਟਕਦੇ ਨੇ। ਜੇ ਅਸੀਂ ਇਹ ਕਹੀਏ ਕਿ ਪਰਮਾਤਮਾ ਦੇ ਹੁਕਮ ਅਨੁਸਾਰ ਕੋਈ ਭਟਕਦਾ ਹੈ ਤੇ ਉਹਦੇ ਹੁਕਮ ਦੇ ਅਨੁਸਾਰ ਹੀ ਬਖਸ਼ਿਸ਼ ਮਿਲਦੀ ਹੈ ਤੇ ਫਿਰ ਅਸੀਂ ਉਲਾਮੇ ਤੇ ਗਿਲੇ ਸ਼ਿਕਵਿਆਂ ਨਾਲ ਭਰ ਜਾਵਾਂਗੇ। ਅੱਛਾ, ਫਿਰ ਸਾਡਾ ਮਨ ਟਿਕਦਾ ਨਹੀਂ, ਅਸੀਂ ਬ੍ਰਹਮ ਗਿਆਨੀ ਕਿਉਂ ਨਹੀਂ ਬਣ ਗਏ? ਸਾਰੀ ਗਲਤੀ ਉਹਦੀ ਹੈ। ਵੇਖੋ ਮਹਾਰਾਜ ਵੀ ਕਹਿ ਰਹੇ, ਪਰ ਇੱਥੇ ਸੱਚੇ ਪਾਤਸ਼ਾਹ ਜੀ ਜੋ ਬਾਰੀਕੀ ਵਿੱਚ ਸਾਨੂੰ ਦੱਸ ਰਹੇ ਨੇ ਉਹਨੂੰ ਮਾੜਾ ਜਿਹਾ ਧਿਆਨ ਨਾਲ ਦੇਖਣਾ ਪਏਗਾ। ਇੱਥੇ ਅਰਥ ਕਿਤਾਬੀ ਅਰਥ ਨਹੀਂ ਚੱਲਣਗੇ, ਇੱਥੇ ਤੇ ਅਨੁਭਵੀ ਅਰਥ ਚੱਲਣਗੇ। ਉਹਦੇ ਨਾਲ ਸਮਝ ਪਏਗੀ। ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਇ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਸਾਰੀ ਸ੍ਰਿਸ਼ਟੀ ਹੁਕਮ ਦੇ ਅਧੀਨ ਹੈ, ਕੋਈ ਵੀ ਹੁਕਮ ਤੋਂ ਬਾਹਰ ਨਹੀਂ। ਇਹਦਾ ਅਰਥ ਇਹ ਹੈ ਕਿ ਹੁਣ ਬੰਦੇ ਨੇ ਇੱਕ ਲੱਤ ਉੱਤੇ ਚੁੱਕੀ ਤੇ ਬੰਦਾ ਹੁਣ ਕਹੇ ਕਿ ਮੈਂ ਦੂਜੀ ਲੱਤ ਵੀ ਚੱਕਣੀ ਆ ਉੱਤੇ ਤੇ ਪਹਿਲੀ ਲਾਉਣੀ ਵੀ ਨਹੀਂ। ਕਹਿੰਦੇ ਨਹੀਂ, ਇਹ ਹੁਕਮ ਲਿਖਿਆ ਆ। ਇੱਕ ਲੱਤ ਥੱਲੇ ਰੱਖੇਗਾ, ਦੂਜੀ ਤੈਨੂੰ ਲੱਤ ਉੱਪਰ ਚੁੱਕਣ ਦੀ ਆਜ਼ਾਦੀ ਹੈ, ਪਰ ਦੋਵੇਂ ਲੱਤਾਂ ਤੋਂ ਉੱਪਰ ਚੁੱਕ ਕੇ ਤੁਰ ਨਹੀਂ ਸਕਦਾ। ਮੱਛੀ ਪਾਣੀ ਤੋਂ ਬਿਨਾ ਨਹੀਂ ਜੀ ਸਕਦੀ। ਮੋਸਟਲੀ ਮਛਲੀਆਂ ਨਹੀਂ ਜੀ ਸਕਦੀਆਂ, ਕੁਛ ਐਸੀਆਂ ਨੇ ਜਿੰਦੀਆਂ ਵੀ ਨੇ, ਬਾਕੀ ਜਿਹੜੀਆਂ ਬਹੁਤਾਤ ਮਾਤਰਾ ਵਿੱਚ ਨੇ ਉਹ ਮੱਛੀ ਪਾਣੀ ਤੋਂ ਨਿਕਲਦੀ ਆ ਤੇ ਮਰ ਜਾਂਦੀ ਹੈ। ਹੁਕਮ ਆ, ਜਦੋਂ ਮੱਛੀ ਪਾਣੀ ਤੋਂ ਬਾਹਰ ਨਿਕਲੀ ਮਰ ਗਈ, ਜਦੋਂ ਅੰਦਰ ਆ ਮੌਜਾਂ ਮਾਣਦੀ ਆ। ਇਸੇ ਤਰ੍ਹਾਂ ਹੀ ਜਿੰਨਾ ਚਿਰ ਅਸੀਂ ਹੁਕਮ ਦੇ ਅਧੀਨ ਹੁੰਦੇ ਹਾਂ, ਹੁਕਮ ਵਿੱਚ ਹੁੰਦੇ ਹਾਂ ਤੇ ਉਦੋਂ ਅਸੀਂ ਆਨੰਦ ਵਿੱਚ ਹੁੰਦੇ ਹਾਂ। ਜਦੋਂ ਬਾਹਰ ਨਿਕਲ ਜਾਂਦੇ ਸਾਡਾ ਹਾਲ ਮੱਛੀ ਵਰਗਾ ਹੋ ਜਾਂਦਾ। ਤੇ ਮਹਾਰਾਜ ਜੀ ਕਹਿੰਦੇ ਨੇ ਹੈ ਸਾਰੇ ਹੁਕਮ ਦੇ ਅਧੀਨ, ਕਿਸੇ ਦੀ ਇੰਨੀ ਤਾਕਤ ਨਹੀਂ ਕਿ ਧੱਕੇ ਨਾਲ ਪਰਮੇਸ਼ਵਰ ਕੋਲੋਂ ਕਿਰਪਾ ਲੈ ਲੈ। ਹੁਕਮ ਆ ਉਹਦਾ। ਤੁਹਾਨੂੰ ਕਰਮਾਂ ਦੀ ਆਜ਼ਾਦੀ ਦਿੱਤੀ ਆ, ਤੁਸੀਂ ਕਰਮ ਬੀਜਣ ਲਈ ਕਰਮ ਕਰਨੇ ਸੁਤੰਤਰ ਹੋ, ਪਰ ਜਦੋਂ ਕਰਮ ਬੀਜਿਆ ਫਿਰ ਤੁਸੀਂ ਸੁਤੰਤਰ ਨਹੀਂ ਹੋ। ਹੁਣ ਅਸੀਂ ਮਿਰਚਾਂ ਦੇ ਬੂਟੇ ਲਾ ਕੇ ਅਸੀਂ ਹੱਥ ਜੋੜ ਕੇ ਕਹੀਏ ਤੂੰ ਠਾਕੁਰ ਤੂੰ ਪਹਿ ਅਰਦਾਸ, ਮਹਾਰਾਜ ਜੀ ਬੀਜੀਆਂ ਤੇ ਮਿਰਚਾਂ ਹੀ ਨੇ, ਕਿਰਪਾ ਕਰਕੇ ਅੰਬ ਲਾ ਦਿਓ, ਕਰ ਦਿਓ ਕਿਰਪਾ, ਤੁਸੀਂ ਤਾਂ ਸਭ ਕੁਝ ਕਰ ਸਕਦੇ ਹੋ। ਮਹਾਰਾਜ ਜੀ ਬੀਜੇ ਤੇ ਕਰੇਲੇ ਹੀ ਆ ਤੇ ਕਿਰਪਾ ਕਰ ਖਰਬੂਜੇ ਲਾ ਦਿਓ ਜੀ, ਤੁਸੀਂ ਤਾਂ ਸਭ ਕੁਝ ਕਰ ਸਕਦੇ ਹੋ। ਲੈ ਦੱਸੋ, ਉਹ ਸਾਰਾ ਕੁਝ ਕਰ ਸਕਦੇ, ਤੈਂ ਕੁਝ ਨਹੀਂ ਕਰਨਾ। ਉਹਨੇ ਕਿਹਾ ਤੂੰ ਵੀ ਕੁਝ ਨਾ ਕੁਝ ਕਰ ਲੈ, ਹੱਥ ਪੈਰ ਤੂੰ ਵੀ ਹਿਲਾ ਲੈ, ਹੱਥਾਂ ਨਾਲ ਸੇਵਾ ਕਰ ਲੈ, ਹੱਥਾਂ ਨਾਲ ਗੁਟਕਾ ਸਾਹਿਬ ਫੜ ਲੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਦੇਖੋ ਸਾਰੇ ਹੈ ਹੁਕਮ ਦੇ ਵਿੱਚ ਹੀ ਆ, ਬਾਹਰ ਨਹੀਂ ਜਾ ਸਕਦੇ। ਪਰ ਜੋ ਗੁਰੂ ਦੇ ਹੁਕਮ ਦੇ ਵਿੱਚ ਆਪਣੀ ਖੁਸ਼ੀ ਦੇ ਨਾਲ ਰਹਿਣਾ ਆ ਉਹ ਖੇਡ ਨਿਰਾਲੀ ਆ, ਤੇ ਜਿਹੜਾ ਰਹਿ ਜਾਂਦਾ ਆ ਫਿਰ ਉਹਦੇ ਤੇ ਬਖਸ਼ਿਸ਼ ਹੋ ਜਾਂਦੀ ਹੈ। ਨਾਨਕ ਹੁਕਮੈ ਜੇ ਬੁੱਝਾ ਤਾ ਹਉਮੈ ਕਹਾ ਨ ਕੋਇ। ਇੱਥੇ ਨਾਨਕ ਤੇ ਥੋੜਾ ਜਿਹਾ ਰੁਕਾਂਗੇ। ਨਾਨਕ ਹੁਕਮੈ ਜੇ ਬੁੱਝੈ, ਬੱਬੇ ਦੇ ਥੱਲੇ ਔਂਕੜ ਉੱਤੇ ਅਧਕ ਲੱਗੇਗਾ, ਝੱਜੇ ਨੂੰ ਦਲਾਵਾਂ। ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹੈ ਨ ਕੋਇ। ਕਹਿਣ ਲੱਗੇ ਜਿਨ੍ਹਾਂ ਨੇ ਸਿਮਰਨ ਭਜਨ ਬੰਦਗੀ ਕਰ ਕਰਕੇ ਉਹ ਹੁਕਮ ਮੰਨਣ ਵਾਲੀ ਅਵਸਥਾ ਨੂੰ ਪ੍ਰਾਪਤ ਕੀਤਾ, ਫਿਰ ਉਹਨਾਂ ਦੇ ਅੰਦਰ ਹੰਕਾਰ ਨਹੀਂ ਹੁੰਦਾ। ਪਤਾ ਲੱਗ ਜਾਂਦਾ ਹੈ ਇੱਕ ਛੋਟੀ ਜਿਹੀ ਬੂੰਦ ਸਮੁੰਦਰ ਅੱਗੇ ਕੀ ਹੰਕਾਰ ਕਰੇ। ਕੀ ਬੂੰਦ ਇਹ ਕਹਿੰਦੀ ਚੰਗੀ ਲੱਗਦੀ ਆ
ਸਾਰਾ ਕਸੂਰ ਹੀ ਤੇਰਾ ਸਮੁੰਦਰਾ, ਆ ਤੈਨੂੰ ਦੇਖਣਾ ਆ, ਦੋ ਦੋ ਹੱਥ ਕਰਨੇ ਆ। ਕਹਿਣ ਦਾ ਅਰਥ ਇਹ ਹੈ, ਸਾਨੂੰ ਆਪਣੀ ਹੋਂਦ ਦਾ ਪਤਾ ਲੱਗ ਜਾਂਦਾ ਆ ਕਿ ਸਾਨੂੰ ਸਾਰਾ ਕੁਝ ਦੇਣ ਵਾਲਾ ਉਹ ਆ, ਅਤੇ ਅਸੀਂ ਕਾਹਦਾ ਹੰਕਾਰ ਕਰਨਾ, ਕਿਹੜੀ ਚੀਜ਼ ਦਾ? ਸਰੀਰ ਦਾ। ਪਤਾ ਨਹੀਂ 70-80 ਸਾਲ ਰੈਂਟ 'ਤੇ ਮਿਲਿਆ ਆ, ਇਹ ਜਦੋਂ ਰੈਂਟ ਖਤਮ ਹੋ ਗਿਆ, ਸਵਾਸ ਖਤਮ ਹੋ ਗਏ, ਅਤੇ ਉਹ ਧੜਾਮ ਕਰਕੇ ਡਿੱਗ ਜਾਣਾ ਆ। ਮਹਾਰਾਜ ਜੀ ਕਹਿੰਦੇ ਕਿਹੜੀ ਚੀਜ਼ ਦਾ ਮਨ, ਜਦ ਸਰੀਰ ਹੀ ਨਹੀਂ ਤੇਰਾ ਰਿਹਾ ਅਤੇ ਬਾਕੀ ਚੀਜ਼ਾਂ ਦੀ ਤਾਂ ਗੱਲ ਹੀ ਛੱਡ ਦੇ। ਅੱਗੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਪਰਮੇਸ਼ਵਰ ਨੂੰ ਹਰ ਸੰਸਾਰ ਦਾ ਬੰਦਾ ਵੱਖੋ ਵੱਖਰੇ ਢੰਗ ਨਾਲ ਗਾਉਂਦਾ ਆ। ਕੁਝ ਲੋਕ ਇਸ ਤਰ੍ਹਾਂ ਗਾਉਂਦੇ ਆ ਕਿ ਹੇ ਪਰਮੇਸ਼ਵਰ, ਤੂੰ ਸਰਵ ਸ਼ਕਤੀਮਾਨ ਹੈ, ਤੇਰੇ ਵਿੱਚ ਬਹੁਤ ਜ਼ਿਆਦਾ ਤਾਕਤ ਹੈ, ਤੂੰ ਸ਼ਕਤੀਮਾਨ ਹੈ, ਤੂੰ ਸ਼ਕਤੀਸ਼ਾਲੀ ਹੈ, ਤੂੰ ਤਾਕਤਵਰ ਹੈ, ਤੂੰ ਸਰਬ ਕਲਾ ਸਮਰੱਥ ਹੈ। ਕਹਿਣ ਲੱਗੇ ਜੇਕਰ ਕਿਸੇ ਵਿੱਚ ਗੁਰੂ ਇਹ ਤਾਕਤ ਭਰੇ ਕਿ ਉਹਨੂੰ ਗਾਵੇ ਤੇ ਫੇਰ ਹੀ ਗਾਵਿਆ ਜਾਂਦਾ ਆ। ਪਾਠ ਉਹਦੀ ਰਹਿਮਤ ਤੋਂ ਬਿਨਾਂ ਨਹੀਂ ਕੋਈ ਕਰ ਸਕਦਾ, ਵਾਹਿਗੁਰੂ ਤੱਕ ਨਹੀਂ ਕਹਿ ਸਕਦਾ, ਕੋਈ ਉਹਦੀ ਬਖਸ਼ਿਸ਼ ਤੋਂ ਬਿਨਾਂ ਗੁਰਬਾਣੀ ਦਾ ਇੱਕ ਅੱਖਰ ਆਪਣੀ ਰਸਨਾ ਤੋਂ ਨਹੀਂ ਬੋਲ ਸਕਦਾ। ਮਹਾਰਾਜ ਜੀ ਕਹਿੰਦੇ ਨੇ ਜਿਹਦੇ ਕੋਲ ਤਾਕਤ ਹੈ ਪਰਮੇਸ਼ਵਰ ਦਿੰਦਾ ਤੇ ਉਹ ਹੀ ਕਹਿੰਦਾ ਕਿ ਦਾਤਿਆ ਤੂੰ ਸਰਬ ਕਲਾ ਸਮਰੱਥ ਹੈ, ਤੇਰੇ ਵਿੱਚ ਸਾਰੀ ਸ਼ਕਤੀ ਹੈ। ਤੇ ਕੁਝ ਐਸੇ ਹਨ ਜੋ ਪਰਮੇਸ਼ਵਰ ਦੀ ਦਿੱਤੀਆਂ ਹੋਈਆਂ ਦਾਤਾਂ ਉਸ ਮਾਲਕ ਦੀ ਰਹਿਮਤ ਸਮਝ ਕੇ ਤੇ ਉਹਦੀ ਯਾਦ ਵਿੱਚ, ਉਹਦੀ ਸਿਫਤ ਸਲਾਹ ਵਿੱਚ ਜੁੜ ਜਾਂਦੇ ਨੇ, ਤੇ ਕੁਝ ਦਾਤਾਂ ਨੂੰ ਲੈ ਕੇ ਭੁੱਲ ਜਾਂਦੇ ਨੇ। ਦਾਤ ਪਿਆਰੀ ਵਿਸਰਿਆ ਦਾ ਤਾਰਾ ਵਾਲਾ ਹਾਲ ਹੋ ਜਾਂਦਾ। ਫਿਰ ਐਸਿਆਂ ਨੂੰ ਮਾਲਕ ਦੀ ਦਰਗਾਹ ਤੋਂ ਧੱਕੇ ਪੈਂਦੇ ਹਨ। ਹਮੇਸ਼ਾ ਬੰਦੇ ਨੂੰ ਆਪਣਾ ਪਿਛੋਕੜ ਯਾਦ ਰੱਖਣਾ ਚਾਹੀਦਾ ਹੈ। ਪਿਛੋਕੜ ਕੀ ਹੈ? ਮਹਾਰਾਜ ਜੀ ਦੱਸਦੇ ਨੇ, ਕਦੀ ਤੂੰ ਕੁੱਤਾ ਬਣਿਆ ਸੀ, ਕਦੀ ਤੂੰ ਬਿੱਲੀ ਬਣਿਆ ਸੀ, ਕਦੀ ਤੂੰ ਪੰਛੀ ਬਣਿਆ ਸੀ, ਕਦੀ ਤੂੰ ਪੱਥਰ ਬਣਿਆ ਸੀ। ਉਹ ਸ਼ੁਕਰ ਕਰ ਤੈਨੂੰ ਸਰੀਰ ਮਿਲ ਗਿਆ, ਭਗਤੀ ਕਰ। ਸੰਸਾਰ ਦੇ ਸੁੱਖ ਮਿਲ ਗਏ, ਸ਼ੁਕਰ ਕਰ। ਭਗਤੀ ਕਰਨ ਵਾਸਤੇ ਤੈਨੂੰ ਸਭ ਕੁਝ ਮਿਲਿਆ ਆ, ਸ਼ੁਕਰਾਨਾ ਕਰ। ਤੈਨੂੰ ਮੰਗਣਾ ਨਹੀਂ ਪੈਂਦਾ ਲੋਕਾਂ ਅੱਗੇ, ਤੇਰੇ ਸਿਰ ਦੇ ਉੱਤੇ ਛੱਤ ਆ, ਤੈਨੂੰ ਗਰਮੀ ਸਰਦੀ 'ਚ ਬਾਹਰ ਤੈਨੂੰ ਦੁੱਖ ਨਹੀਂ ਹੰਢਾਉਣਾ ਪੈਂਦਾ। ਸ਼ੁਕਰ ਕਰ, ਸ਼ੁਕਰ ਕਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੁਝ ਲੋਕ ਪਰਮੇਸ਼ਵਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਦੇਖ ਕੇ ਸ਼ੁਕਰਾਨਾ ਕਰਦੇ ਨੇ। ਪਤੀ ਪਤਨੀ ਨੂੰ ਵੇਖ ਕੇ ਸ਼ੁਕਰਾਨਾ ਕਰੇ, ਪਤਨੀ ਪਤੀ ਨੂੰ ਵੇਖ ਕੇ ਸ਼ੁਕਰਾਨਾ ਕਰੇ, ਘਰ ਨੂੰ ਵੇਖ ਕੇ ਅਸੀਂ ਸ਼ੁਕਰਾਨਾ ਕਰੀਏ। ਅਸੀਂ ਦਾਤ ਦੀ ਦਿੱਤੀ ਹੋਈ ਹਰ ਦਾਤ ਨੂੰ ਵੇਖ ਕੇ, ਬੱਚਿਆਂ ਨੂੰ ਵੇਖ ਕੇ, ਇੱਥੋਂ ਤੱਕ ਕਲਗੀਧਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਵੇਲੇ ਕੋਈ ਪ੍ਰਸ਼ਾਦਾ ਛਕੇ, ਛਕਣ ਤੋਂ ਪਹਿਲਾਂ ਪ੍ਰਸ਼ਾਦਾ ਜੇ ਛਕਿਆ ਨਹੀਂ ਤੇ ਪਹਿਲਾਂ ਹੀ ਸ਼ੁਕਰਾਨਾ ਕਰੇ, ਦਾਤੇ ਸ਼ੁਕਰ ਹੈ ਥਾਲ ਵਿੱਚ ਸੱਜ ਕੇ ਪ੍ਰਸ਼ਾਦਾ ਆਇਆ। ਜਾਨਵਰਾਂ ਦਾ ਹਾਲ ਦੇਖੋ, ਵਿਚਾਰੇ ਕੂੜਿਆਂ ਦੇ ਵਿੱਚ ਚੁੱਕ ਚੁੱਕ ਖਾਂਦੇ ਨੇ, ਬੰਦੇ ਵੀ ਖਾਂਦੇ ਨੇ। ਕਈ ਕਹਿੰਦੇ ਨੇ ਤੂੰ ਪ੍ਰਸ਼ਾਦੇ ਨੂੰ ਅਜੇ ਹੱਥ ਨਹੀਂ ਲਾਇਆ ਤਾਂ ਵੀ ਸ਼ੁਕਰਾਨੇ ਵਿੱਚ ਜੁੜ ਜਾ। ਇੱਜ਼ਤ ਦੀ ਤੈਨੂੰ ਰੋਟੀ ਮਿਲਦੀ ਪਈ ਆ, ਸਾਰਿਆਂ ਨੂੰ ਨਹੀਂ ਮਿਲਦੀ। ਇਸ ਕਰਕੇ ਉਸ ਦਾਤੇ ਦੀਆਂ ਦਾਤਾਂ ਨੂੰ ਦੇਖ ਕੇ ਕੁਝ ਲੋਕ ਗਾਉਂਦੇ ਹਨ, ਧੰਤਾ ਯੋਗ ਹਨ। ਹਾਂਜੀ, ਕੁਝ ਲੋਕ, ਇੱਥੇ ਚਾਰ ਦਾ ਅਰਥ ਹੈ ਸੁੰਦਰ, ਸੋਹਣੀਆਂ। ਕੁਝ ਲੋਕ ਪਰਮੇਸ਼ਵਰ ਦੀਆਂ ਵਡਿਆਈਆਂ ਦੇਖਦੇ ਨੇ ਤੇ ਬਾਰ-ਬਾਰ ਸਿਫਤ ਕਰਦੇ ਨੇ ਕਿ ਇਹ ਚੰਦਰਮਾ ਬੜਾ ਸੋਹਣਾ ਲੱਗਦਾ ਹੈ, ਦਾਤੇ ਨੇ ਪੈਦਾ ਕੀਤਾ, ਠੰਡਕ ਵਰਤਾਉਂਦਾ, ਇਹ ਸੂਰਜ ਬੜਾ ਸੋਹਣਾ ਲੱਗਦਾ, ਸਾਰੀ ਸ੍ਰਿਸ਼ਟੀ ਵਿੱਚ ਚਾਨਣ ਦਿੰਦਾ। ਸੂਰਜ ਫਸਲਾਂ ਨੂੰ ਪਕਾਉਂਦਾ ਹੈ, ਬਨਸਪਤੀ ਨੂੰ ਪਕਾਉਂਦਾ ਹੈ, ਅਤੇ ਚੰਦਰਮਾ ਦਾ ਜਿਹੜਾ ਠੰਡਾ ਮਿੱਠਾ ਚਾਨਣ ਆ ਉਹ ਰਸ ਭਰਦਾ। ਪਾਣੀ ਉਹਦੀ ਦਾਤ ਆ। ਕਹਿਣ ਲੱਗੇ ਹਰ ਚੀਜ਼ ਦੇਖ ਕੇ ਕੁਝ ਲੋਕ ਕਹਿੰਦੇ ਨੇ ਕਿ ਪਰਮੇਸ਼ਵਰ ਦੀ ਇਹ ਵਡਿਆਈ ਆ, ਦੇਖੋ ਪਰਮੇਸ਼ਵਰ ਨੇ ਕੀ ਕੁਝ ਪੈਦਾ ਕੀਤਾ। ਬਿਜਲੀ ਲਿਸ਼ਕਦੀ ਆ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਮੇਰਾ ਮਾਲਕ ਵੱਖ-ਵੱਖ ਰੂਪਾਂ ਦੇ ਵਿੱਚ ਦਰਸ਼ਨ ਦੇ ਰਿਹਾ ਹੈ। ਬਾਰਿਸ਼ ਹੋ ਰਹੀ ਆ ਤੇ ਬਾਰਿਸ਼ ਦੀਆਂ ਬੂੰਦਾਂ ਜਦੋਂ ਸਰੀਰ 'ਤੇ ਡਿੱਗਦੀਆਂ ਨੇ ਤੇ ਇੱਕ ਸਾਧੂ ਸੰਤ ਮਹਾਂਪੁਰਖ ਕਹਿੰਦੇ ਨੇ ਮੇਰਾ ਪਿਆਰਾ ਕਦੀ ਬਾਰਿਸ਼ ਬਣ ਕੇ ਗਲਵੱਕੜੀ ਪਾਉਂਦਾ, ਕਦੀ ਹਵਾ ਬਣ ਕੇ, ਮਾਂ ਬਣ ਕੇ ਲੋਰੀ ਸੁਣਾਉਂਦਾ, ਧੰਨ ਹੈ, ਧੰਨ ਹੈ। ਤੇ ਕੁਝ ਲੋਕ ਪਰਮੇਸ਼ਵਰ ਦੀਆਂ ਵਡਿਆਈਆਂ ਦੀ ਵਿਚਾਰ ਕਰਦੇ ਨੇ, ਕੁਝ ਲੋਕ ਇਸ ਤਰ੍ਹਾਂ ਪਰਮੇਸ਼ਵਰ ਨੂੰ ਗਾਉਂਦੇ ਹਨ। ਤੇ ਕਈਆਂ ਦੇ ਕੋਲ ਪੜ੍ਹਾਈ ਬਹੁਤ ਹੈ, ਕਈਆਂ ਕੋਲ ਵਿੱਦਿਆ ਬਹੁਤ ਹੈ, ਤੇ ਉਹ ਕਥਾ ਕਰ ਕਰਕੇ ਫਿਲੋਸਫੀ ਟਾਈਪ ਡੂੰਘੀ ਵਿਚਾਰ, ਔਖੀ ਵਿੱਦਿਆ ਨੂੰ
ਵਿਆਖਿਆ ਕਰ ਕਰਕੇ ਦੂਜਿਆਂ ਤੱਕ ਪਹੁੰਚਾਉਂਦੇ ਹਨ। ਉਹ ਕੁਝ ਲੋਕ ਇਸ ਢੰਗ ਨਾਲ ਪਰਮੇਸ਼ਵਰ ਦੀ ਸਿਫਤ ਸਲਾਹ ਕਰਦੇ ਹਨ। ਪਰਮੇਸ਼ਵਰ ਦੀ ਸਿਫਤ ਸਲਾਹ ਕਰਨ ਦਾ ਢੰਗ ਵੱਖੋ ਵੱਖਰਾ ਹੈ। ਗਾਵਾ ਕੋ ਸਾਜ ਕਰੇ ਤਨ ਦੇਹ। ਕੁਝ ਲੋਕ ਇਸ ਤਰ੍ਹਾਂ ਗਾਉਂਦੇ ਹਨ ਕਿ ਉਹ ਪਰਮੇਸ਼ਵਰ ਸਾਡੇ ਸਰੀਰ ਦੇ ਵਿੱਚੋਂ ਆਤਮਾ ਕੱਢ ਕੇ ਸਾਡੇ ਕਰਮਾਂ ਅਨੁਸਾਰ ਸਾਨੂੰ ਅਗਲੀਆਂ ਜੂਨਾਂ ਵਿੱਚ ਪਾ ਦਿੰਦਾ ਹੈ। ਪਰਮੇਸ਼ਵਰ ਸਰੀਰ ਨੂੰ ਮਾਰ ਦਿੰਦਾ ਹੈ। ਗਾਵਾ ਕੋ ਜੀ ਲੈ ਫਿਰ ਦੇਹ। ਤੇ ਕੁਝ ਲੋਕ ਇਸ ਤਰ੍ਹਾਂ ਗਾਉਂਦੇ ਹਨ ਕਿ ਪਰਮੇਸ਼ਵਰ ਸਾਰਿਆਂ ਨੂੰ ਜਨਮ ਦਿੰਦਾ ਹੈ। ਸਾਰਿਆਂ ਨੂੰ ਜਿਵਾਉਣ ਵਾਲਾ ਵੀ ਉਹੀ ਹੈ, ਮਾਰਨ ਵਾਲਾ ਵੀ ਉਹੀ ਹੈ। ਹਰੇਕ ਦਾ ਢੰਗ ਵੱਖੋ ਵੱਖਰਾ ਹੈ। ਗਾਵਾ ਕੋ ਜਾਪਾ ਦਿਸਾ ਦੂਰ। ਤੇ ਕੁਝ ਲੋਕ ਕਹਿੰਦੇ ਨੇ ਬੜਾ ਦੂਰ ਹੈ, ਬੜਾ ਦੂਰ ਹੈ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਵੀ ਗਾ ਰਹੇ ਨੇ, ਉਹ ਵੀ ਭਗਤੀ ਕਰ ਰਹੇ ਨੇ, ਘੱਟੋ ਘੱਟ ਯਾਦ ਤੇ ਕਰਦੇ ਨੇ। ਹਾਂਜੀ। ਗਾਵਾ ਕੋ ਵੇਖਾ ਹਾਦਰਾ ਦੂਰ। ਤੇ ਕੁਝ ਲੋਕ ਕਹਿੰਦੇ ਨੇ ਕਿ ਉਹ ਤੇ ਪ੍ਰਤੱਖ ਆ, ਉਹ ਤੇ ਸਾਹਮਣੇ ਆ, ਉਹ ਤੇ ਬੜਾ ਸੁਭਾਏਮਾਨ ਆ, ਬੜਾ ਸੋਹਣਾ ਆ, ਪ੍ਰਕਾਸ਼ ਰੂਪ ਆ, ਅਦੁੱਤੀ ਸਵਰੂਪ ਆ, ਉਹ ਠੰਡ ਦਾ ਪਹਾੜ ਆ। ਕਹਿਣ ਲੱਗੇ ਉਹ ਵੀ ਗਾ ਰਹੇ ਨੇ। ਹਾਂਜੀ। ਕਥਨਾ ਕਥੀ ਨ ਆਵੈ ਟੋਟ। ਜਿੰਨੀ ਮਰਜ਼ੀ ਕੋਈ ਵਿਆਖਿਆ ਕਰੀ ਜਾਵੇ, ਜਿਵੇਂ ਮਰਜ਼ੀ ਗਾਈ ਜਾਵੇ, ਪਰਮੇਸ਼ਵਰ ਦੀ ਸਿਫਤ ਸਲਾਹ ਦੀ ਕਦੀ ਵੀ ਸੰਪੂਰਨਤਾ ਨਹੀਂ ਹੋ ਸਕਦੀ, ਕੋਈ ਅੰਤ ਨਹੀਂ ਪਾ ਸਕਦਾ। ਸਿਫਤ ਸਲਾਹ ਦੇ ਵਿੱਚ ਹਮੇਸ਼ਾ ਟੋਟਾ ਹੀ ਰਹੇਗਾ, ਹਮੇਸ਼ਾ ਊਣਤਾਈ ਹੀ ਰਹੇਗੀ, ਕਿਉਂਕਿ ਪਰਮੇਸ਼ਵਰ ਦੀ ਸਿਫਤ ਸਲਾਹ ਜਾਂ ਗੁਰੂ ਜਾਣਦਾ ਹੈ ਜਾਂ ਖੁਦ ਪਰਮੇਸ਼ਵਰ ਜਾਣਦਾ ਹੈ। ਕਥ ਕਥ ਕਥੀ ਕੋਟੀ ਕੋਟ ਕੋਟ। ਮਹਾਰਾਜ ਜੀ ਫਰਮਾਉਂਦੇ ਹਨ, ਕਰੋੜਾਂ ਲੋਕ ਉਹਦੀ ਸਿਫਤ ਕਰ ਕਰਕੇ ਹੰਬ ਗਏ, ਕਰੋੜਾਂ ਕਰਦੇ ਪਏ ਹਨ ਤੇ ਕਰੋੜਾਂ ਕਰਨਗੇ। ਕਹਿਣ ਦਾ ਅਰਥ ਇਹ ਹੈ ਕਿ ਕਦੀ ਵੀ ਉਹਦੀ ਸਿਫਤ ਸਲਾਹ ਦਾ ਅੰਤ ਕੋਈ ਪਾ ਨਹੀਂ ਸਕਦਾ। ਦੇਤਾ ਦੇ ਲੈਦੇ ਥਕ ਪਾਹਿ। ਪਰਮੇਸ਼ਵਰ ਦਾਤਾ ਦਿੰਦਾ ਤੇ ਲੈਣ ਵਾਲੇ ਥੱਕ ਜਾਂਦੇ ਨੇ। ਮੂੰਹ ਦੇ ਵਿੱਚ ਦੰਦ ਦਿੱਤੇ, ਅਸੀਂ ਸਾਰੀ ਸ੍ਰਿਸ਼ਟੀ ਦੀਆਂ ਚੀਜ਼ਾਂ ਅਖਰੋਟ ਭੰਨ ਭੰਨ ਕੇ, ਤਰ੍ਹਾਂ ਤਰ੍ਹਾਂ ਦੇ ਬਦਾਮ ਭੰਨ ਭੰਨ ਕੇ ਅਸੀਂ ਛਕਦੇ ਹਾਂ। ਕਹਿੰਦੇ ਨੇ ਅਖੀਰ ਤੇ ਪਦਾਰਥ ਮੌਜੂਦ ਨੇ ਤੇ ਦੰਦ ਥੱਕ ਗਏ, ਦੰਦ ਝੜ ਗਏ। ਪਰਮੇਸ਼ਵਰ ਨੇ ਸਾਰੇ ਰੰਗ ਉਸੇ ਤਰ੍ਹਾਂ ਬਖਸ਼ੇ ਹਨ, ਤਰ੍ਹਾਂ ਤਰ੍ਹਾਂ ਦੇ ਰੰਗ, ਬਨਸਪਤੀ ਦੇ ਰੰਗ, ਫੁੱਲਾਂ ਦੇ ਰੰਗ। ਸਾਡੀਆਂ ਅੱਖਾਂ ਥੱਕ ਗਈਆਂ, ਮੱਧਮ ਪੈ ਗਈਆਂ। ਧਰਤੀ ਉਸੇ ਤਰ੍ਹਾਂ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂਗਰ ਭਵਿਓਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥਿਓਮ। ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨੇ ਬੜੇ ਵੱਡੇ ਵੱਡੇ ਪਹਾੜ ਵੀ ਲੰਘ ਲਏ, ਸਰ ਕਰ ਲਏ, ਵੱਡੇ ਵੱਡੇ ਮੈਦਾਨ ਗਾਹ ਲਏ। ਅੱਜ ਲੱਤਾਂ ਇੰਨੀਆਂ ਥੱਕ ਗਈਆਂ, ਇੰਨੀਆਂ ਕਮਜ਼ੋਰ ਹੋ ਗਈਆਂ, ਪਿਆਸ ਲੱਗੀ, 1-2 ਕਦਮਾਂ ਦੇ ਉੱਤੇ ਪਾਣੀ ਦਾ ਘੜਾ ਪਿਆ ਆ ਤੇ ਇੰਜ ਲੱਗਦਾ ਕਿ 100 ਕੋਹਾਂ ਤੇ ਜਾ ਕੇ ਪਿਆ ਆ, ਸੈਂਕੜੇ ਕਿਲੋਮੀਟਰਾਂ ਤੇ ਪਿਆ ਆ। ਕਹਿੰਦੇ ਨੇ ਲੱਤਾਂ ਥੱਕ ਗਈਆਂ। ਅਸੀਂ ਦਾਤਾਂ ਲੈ ਲੈ ਥੱਕ ਜਾਂਦੇ ਹਾਂ। ਪਰਮੇਸ਼ਵਰ ਕਹਿੰਦਾ ਕਿ ਤੂੰ ਝੋਲੀ ਕਰ, ਤੇਰੀ ਝੋਲੀ ਛੋਟੀ ਪੈ ਜਾਏਗੀ, ਮੇਰੀਆਂ ਦਾਤਾਂ ਕਦੀ ਛੋਟੀਆਂ ਨਹੀਂ ਪੈਣਗੀਆਂ। ਹਾਂਜੀ। ਚੁਕਾ ਜੁਗੰਤਰ ਖਾਹੀ ਖਾਹਿ। ਪਰਮੇਸ਼ਵਰ ਨੇ ਇੱਕੋ ਵਾਰ ਇੰਨੇ ਭੰਡਾਰੇ ਸ੍ਰਿਸ਼ਟੀ ਤੇ ਪੈਦਾ ਕੀਤੇ ਨੇ ਕਿ ਜੁਗਾਂ ਜੁਗਾਂਤਰਾਂ ਤੱਕ, ਅੱਗੇ ਭਾਵੇਂ ਲੱਖਾਂ ਹਜ਼ਾਰਾਂ ਯੁੱਗ ਵੀ ਆ ਜਾਣ, ਪਰਮੇਸ਼ਵਰ ਦੇ ਭੰਡਾਰਿਆਂ ਦੀ ਕਦੀ ਵੀ ਤੋਟ ਨਹੀਂ ਆਏਗੀ। ਹੁਕਮੀ ਹੁਕਮ ਚਲਾਏ ਰਾਹ। ਪਰਮੇਸ਼ਵਰ ਜੋ ਵੀ ਸ੍ਰਿਸ਼ਟੀ ਵਿੱਚ ਵਰਤਾਰਾ ਵਰਤਾਉਂਦਾ ਹੈ, ਹੁਕਮ ਦੇ ਵਿੱਚ ਹੀ ਵਰਤਾ ਰਿਹਾ। ਹੁਣ ਦੇਖੋ, ਸਾਨੂੰ ਇਹ ਪਤਾ ਲੱਗ ਗਿਆ ਸਾਰਾ ਕੁਝ ਪਰਮੇਸ਼ਵਰ ਕਰਦਾ ਹੈ, ਸਾਰੀ ਤਾਕਤ ਉਹਦੇ ਹੱਥ ਆ। ਤੇ ਅਸੀਂ ਫਿਰ ਸੋਚ ਕੇ ਬੈਠੇ ਹਾਂ ਕੰਮ ਕਰਾਂਗੇ ਤੇ ਫਿਰ ਕੁਛ ਹੋਏਗਾ। ਜਦੋਂ ਕੋਈ ਪਰਮੇਸ਼ਵਰ ਤੇ ਪੂਰਾ ਭਰੋਸਾ ਕਰਕੇ ਉਹਦੇ ਸਿਮਰਨ ਜਪ ਤਪ ਵਾਲੇ ਪਾਸੇ ਤੁਰ ਪਵੇ, ਉਹ ਤਾਂ ਸਮੁੰਦਰ ਦੇ ਵਿੱਚੋਂ ਸੋਨੇ ਦਾ ਪਹਾੜ ਕੱਢ ਦੇਵੇ, ਉਹਦੇ ਰਾਹ ਜਾਂਦੇ ਤੇ ਟਿੱਬਾ ਪੈਦਾ ਕਰ ਦੇਵੇ ਹੀਰਿਆਂ ਦਾ। ਉਹ ਜੋ ਮਰਜ਼ੀ ਕਰ ਸਕਦਾ ਹੈ, ਸਰਬ ਕਲਾ ਸਮਰੱਥ ਹੈ। ਤੇ ਸਾਨੂੰ ਮਹਾਰਾਜ ਜੀ ਬਾਰ-ਬਾਰ ਤਾਂ ਸਮਝਾ ਰਹੇ ਨੇ, ਸਾਨੂੰ ਭਰੋਸਾ ਵੱਜ ਜਾਏ। ਸਾਡਾ ਭਰੋਸਾ ਨਹੀਂ ਹੈ। ਜਿਸ ਦਿਨ ਸਾਨੂੰ ਭਰੋਸਾ ਹੋ ਗਿਆ ਤੇ ਫਿਰ ਅਸੀਂ ਕੀ ਕਹਿਣਾ ਆ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਪਰ ਕੋਈ ਕਰ ਲਵੇ, ਧਈਆ ਕਰ ਲਵੇ, ਕੋਈ ਭਰੋਸਾ ਕਰਕੇ ਜਪ ਤਪ ਕਰ ਲਵੇ, ਉਹਨੂੰ ਕਦੀ ਤੋਟਾ ਨਹੀਂ ਆਏਗਾ, ਕਿਉਂਕਿ ਮਾਲਕ ਦੇ ਹੱਥ ਹੈ ਸਾਰਾ ਕੁਛ, ਜੋ ਮਰਜ਼ੀ ਕਰ ਲਵੇ ਜੀ। ਹਾਂਜੀ। ਅੱਗੇ ਮਹਾਰਾਜ ਜੀ ਸਮਝਾਉਂਦੇ ਹਨ, ਨਾਨਕ ਵਿਗਸੈ ਬੇਪਰਵਾਹ। ਉਹ ਮੇਰਾ ਮਾਲਕ ਬੇਪਰਵਾਹ ਅਵਸਥਾ ਦੇ ਵਿੱਚ ਹਮੇਸ਼ਾ ਹੀ ਖੁਸ਼ ਰਹਿੰਦਾ ਆ
ਤੇ ਕਹਿੰਦੇ ਨੇ ਕਦੀ ਕੋਈ ਗਾਲ ਕੱਢੇ ਪ੍ਰਮਾਤਮਾ ਨੂੰ ਉਹ ਗੁੱਸੇ ਨਹੀਂ ਹੁੰਦਾ, ਕੋਈ ਸਿਫਤ ਕਰੇ ਤੇ ਉਹਨੂੰ ਜੱਫੀ ਨਹੀਂ ਪਾਉਂਦਾ, ਉਹ ਸਾਰਿਆਂ ਨੂੰ ਗਲਵੱਕੜੀ ਵਿੱਚ ਪਾ ਕੇ ਰੱਖਦਾ। ਜਿਸ ਤਰ੍ਹਾਂ ਮੱਛੀ ਰਵੇ ਦਰਿਆ ਸਮੁੰਦਰ ਦੇ ਵਿੱਚ ਤੇ ਪੁੱਛਦੀ ਫਿਰੇ ਕਿ ਦਰਿਆ ਵੇਖਿਆ, ਸਮੁੰਦਰ ਦੇਖਿਆ, ਉਹ ਭਾਈ ਤੂੰ ਤਾਂ ਹੈ ਹੀ ਉਹਦੇ ਵਿੱਚ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐ ਭਾਈ ਸਭ ਕੁਝ ਪਰਮੇਸ਼ਵਰ ਹੈ, ਜਪ ਤਪ ਕਾ ਬੰਦ ਬੇੜੁਲਾ, ਜਿਤ ਲੰਘੈ ਵਹੇਲਾ, ਨਾ ਸਰਵਰ ਨਾ ਉਛਲੈ, ਐਸਾ ਤਰਨ ਦੁਹੇਲਾ। ਮਹਾਰਾਜ ਸੱਚੇ ਪਾਤਸ਼ਾਹ ਹੀ ਕਿਰਪਾ ਕਰਨ। ਬਾਕੀ ਦੀ ਆਪਾਂ ਲੜੀਵਾਰ ਵਿਚਾਰ ਕੱਲ੍ਹ ਕਰਾਂਗੇ ਜੀ। ਤੇ ਆਪਾਂ ਇਹ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਦਾਤਾ ਜੀ ਆਪ ਕਰਾ ਲੈਣ, ਆਪ ਵਿੱਚ ਵਰਤ ਕੇ, ਆਪ ਵਿੱਚ ਬਹਿ ਕੇ, ਆਪ ਵਿੱਚ ਵਸ ਕੇ, ਆਪ ਰਸਨਾ ਤੇ ਬਿਰਾਜਮਾਨ ਹੋ ਕੇ ਆਪ ਹੀ ਕਰਾ ਲੈਣ। ਇਹ ਕਿਸੇ ਮਨੁੱਖ ਦੇ ਵੱਸ ਦੀ ਗੱਲ ਨਹੀਂ ਕਿ ਵਾਹਿਗੁਰੂ ਵੀ ਕਹਿ ਦੇਵੇ, ਵਾਹਿਗੁਰੂ ਵੀ ਕਹਿ ਦੇਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਬੇਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।